ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੋਕਮਤ ਸੱਚ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਇੱਕ ਅਹਿਮ ਮੁੱਦੇ ਤੇ, ਉਸ ਮੁੱਦੇ ਤੇ ਜਿਸ ਮੁੱਦੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਹੈ। ਪੰਜਾਬ ਦੀਆਂ ਦੋ ਮੁੱਖ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਹਾਸ਼ੀਏ ਤੇ ਜਾਂਦੀਆਂ ਦਿਖਾਈ ਦੇ ਰਹੀਆਂ ਨੇ। ਉਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ। ਬੇਅਦਬੀ ਤੇ ਗੋਲੀकांडਾਂ ਦੇ ਮਾਮਲੇ ਨੂੰ ਲੈ ਕੇ, ਗੋਲੀकांडਾਂ ਦੇ ਮਾਮਲੇ ਨੂੰ ਲੈ ਕੇ ਇੱਕ ਨਵੀਂ SIT ਬਣਾਈ ਗਈ ਹੈ। ਉਹਦੇ ਤੇ ਵੀ ਹੁਣ ਸਵਾਲ ਖੜੇ ਹੋਏ ਨੇ। ਜਿਹੜੇ ਪੀੜਤ ਪਰਿਵਾਰਕ ਮੈਂਬਰ ਹੈ ਉਹ ਵੀ ਕਹਿੰਦੇ ਕਿ ਅਸੀਂ SIT ਦਾ ਸਹਿਯੋਗ ਨਹੀਂ ਦੇਵਾਂਗੇ। ਉੱਥੇ ਧਰਨਾ ਲਗਾਉਣ ਵਾਲੀਆਂ ਜਿਹੜੇ ਸਿੱਖ ਜਥੇਬੰਦੀਆਂ ਸੀ, ਜਿਵੇਂ ਭਾਈ ਧਿਆਨ ਸਿੰਘ ਮੰਡ ਹੋਣੀ, ਉਹ ਵੀ ਐਲਾਨ ਕਰ ਚੁੱਕੇ ਨੇ ਕਿ ਅਸੀਂ ਜਿਹੜੇ ਆ SIT ਦਾ ਸਹਿਯੋਗ ਨਹੀਂ ਦੇਵਾਂਗੇ। ਪਰ ਇਸ ਸਭ ਦੇ ਵਿਚਕਾਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵਾਰ ਫਿਰ ਤੋਂ ਵੱਡਾ ਟਵੀਟ ਕਰਕੇ ਨਿਸ਼ਾਨਾ ਸਾਧਿਆ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਬਹੁਤ ਸਾਰੀਆਂ तमाम ਅਜਿਹੀਆਂ ਗੱਲਾਂ ਕੀਤੀਆਂ ਗਈਆਂ ਨੇ ਜੋ ਅੱਜ ਕੀਤੀਆਂ ਜਾ ਰਹੀਆਂ ਨੇ। ਯਾਨੀ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਪਹਿਲੇ 4 ਸਾਲ ਕਿਉਂ ਨਹੀਂ ਬੋਲਿਆ, ਉਹਨਾਂ ਨੂੰ ਸ਼ਾਇਦ ਇੱਕ ਕਰਾਰਾ ਜਵਾਬ ਦੇਣ ਦੀ ਵੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਤਰੀਕੇ ਨਾਲ ਕੋਸ਼ਿਸ਼ ਹੈ, ਕਿਉਂਕਿ ਹੂਬਹੂ ਇਹੀ ਗੱਲਾਂ ਨਵਜੋਤ ਸਿੰਘ ਸਿੱਧੂ 2018 ਦੇ ਵਿੱਚ ਯਾਨੀ ਕਿ ਸਰਕਾਰ ਬਣਨ ਦੇ 1 ਸਾਲ ਬਾਅਦ ਵੀ ਕਰਦੇ ਰਹੇ ਨੇ। ਤਾਂ ਉਦੋਂ ਬਾਅਦ 2019 ਦੀ ਬਠਿੰਡਾ ਸਟੇਜ ਤਾਂ ਸਭ ਨੂੰ ਚੇਤੇ ਹੈ। ਉਸ ਤੋਂ ਬਾਅਦ ਲਗਾਤਾਰ ਹੀ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਨੂੰ ਇਸੇ ਮਾਮਲੇ ਤੇ ਘੇਰਦੇ। ਨਵਜੋਤ ਸਿੰਘ ਸਿੱਧੂ ਲਿਖਦੇ ਕੀ ਨੇ, ਵੀਡੀਓ ਬਾਰੇ ਵੀ ਤੁਹਾਨੂੰ ਦੱਸਾਂਗੇ। 6 ਸਾਲਾਂ ਬਾਅਦ ਵੀ ਅਸੀਂ ਇੱਕ ਹੋਰ SIT ਵੱਲੋਂ ਜਾਂਚ ਦੀ ਉਡੀਕ ਕਰ ਰਹੇ ਹਾਂ, ਜਦਕਿ ਗੰਭੀਰ ਪ੍ਰਤੱਖ ਪ੍ਰਮਾਣ ਮੌਜੂਦ ਨੇ ਤੇ ਅਜੇ ਤੱਕ ਮੁੱਖ ਦੋਸ਼ੀ ਗ੍ਰਿਫਤਾਰ ਕਿਉਂ ਨਹੀਂ ਕੀਤੇ ਗਏ। ਤੇ ਨਾਲ ਇਹਨਾਂ ਨੇ ਲਿਖਿਆ ਕਿ ਇਹ ਵੀਡੀਓ ਜਿਹੜੀ ਹੈ ਮੇਰੀ 2018 ਦੀ ਹੈ ਤੇ ਮੇਰੇ ਨਾਲ ਕਾਂਗਰਸ ਦੇ ਕਈ ਵੱਡੇ ਲੀਡਰ ਵੀ ਉੱਥੇ ਮੌਜੂਦ ਸੀ। ਤਾਂ ਯਾਨੀ ਕਿ ਰਵਨੀਤ ਸਿੰਘ ਬਿੱਟੂ ਵਰਗੇ ਲੀਡਰਾਂ ਨੂੰ ਇਹ ਕਰਾਰਾ ਜਵਾਬ ਦੇਣ ਦੀ ਕੋਸ਼ਿਸ਼ ਹੈ ਤੇ ਵੱਡੇ ਸਵਾਲ ਹੋਰ ਕੀ ਖੜੇ ਕੀਤੇ ਨੇ, ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਨਵੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ। ਇਸ ਤੇ ਵੀ ਗੱਲਬਾਤ ਕਰਾਂਗੇ ਤੇ ਉੱਥੇ ਗੱਲਬਾਤ ਕਰਾਂਗੇ ਕਿ ਨਵੀਂ SIT ਕੀ ਵਾਕਈ ਹੀ ਇਨਸਾਫ ਦਿਵਾ ਪਾਏਗੀ, ਕਿਉਂਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਘਿਰਦੇ ਦਿਖਾਈ ਦੇ ਰਹੇ ਨੇ, ਹੁਣ ਕੈਪਟਨ ਅਮਰਿੰਦਰ ਸਿੰਘ ਕੋਲ ਇੱਕੋ ਹੀ ਰਾਹ, ਜਾਂ ਤਾਂ ਫਿਰ ਇਸ ਮਾਮਲੇ ਦੇ ਵਿੱਚ ਇਨਸਾਫ ਦੇ ਦੇਣ ਤੇ ਜਾਂ ਫਿਰ ਹਾਸ਼ੀਏ ਤੇ ਚਲੇ ਜਾਣ। ਕਿਹੜਾ ਰਾਹ ਚੁਣਦੇ ਆ ਕੈਪਟਨ ਅਮਰਿੰਦਰ ਸਿੰਘ, ਉਸ ਮਾਮਲੇ ਤੇ ਵੀ ਗੱਲਬਾਤ ਕਰਾਂਗੇ। ਤਾਂ ਸ਼ਮਸ਼ੇਰ ਸਿੰਘ ਦੂਲੋ ਵੀ ਜਿਹੜੇ ਆ ਉਹ ਵੀ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਦਿਖਾਈ ਦੇ ਰਹੇ ਨੇ। ਯਾਨੀ ਕਿ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਰਿਹਾ ਹੈ, ਮੁਸ਼ਕਲਾਂ 'ਚ ਘਿਰਦੇ ਜਾ ਰਹੇ ਨੇ। ਕਿਸੇ ਵੀ ਪਾਸਿਓਂ ਜਿਹੜੀ ਰਾਹਤ ਦੀ ਖਬਰ ਕੋਈ ਨਹੀਂ ਮਿਲਦੀ ਦਿਖਾਈ ਦੇ ਰਹੀ। ਇਹਨਾਂ ਪੂਰੀਆਂ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ। ਵਿਚਾਰ ਚਰਚਾ ਦੇ ਦੌਰਾਨ ਇੱਕ ਗੱਲ ਜਿਹੜੀ ਹੈ ਉਹ SIT ਦੇ ਨਾਲ ਜੁੜੀ ਹੋਈ, ਹੋਰ ਵੀ ਬਹੁਤ ਸਾਰੇ ਜਿਹੜੇ ਤੁਹਾਡੇ ਮਨ ਦੇ ਸਵਾਲ ਵਲਵਲੇ ਜਿਹੜੇ ਮਨ ਦੇ ਹੁੰਦੇ ਆ, ਲੋਕਾਂ ਦੇ ਆਮ ਸਵਾਲ ਹੁੰਦੇ ਆ ਜਿਹੜੇ, ਉਹਨਾਂ ਦੇ ਵੀ ਜਵਾਬ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਸਰਦਾਰ ਮਨਜੀਤ ਸਿੰਘ ਉਹਨਾਂ ਦੇ ਕੋਲੋਂ ਮੇਰੇ ਨਾਲ ਮਨਜੀਤ ਸਿੰਘ ਅਣਖੀ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮਨਜੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਮਨਜੀਤ ਜੀ, SIT ਕੱਲ ਉੱਥੇ ਗਈ, ਪੂਰਾ ਮਾਮਲਾ ਤੁਸੀਂ ਸਮਝ ਹੀ ਲਿਆ ਕਿਸ ਮਾਮਲੇ ਤੇ ਆਪਾਂ ਵਿਚਾਰ ਚਰਚਾ ਕਰਨੀ ਚਾਹੁੰਦੇ ਹਾਂ ਤੇ ਕਰ ਰਹੇ ਹਾਂ। SIT ਉੱਥੇ ਗਈ ਕੱਲ ਪਹਿਲੇ ਦਿਨ, ਉੱਥੇ ਘਟਨਾਵਾਂ ਸਥਾਨ ਦਾ ਜਿਹੜਾ ਉੱਥੇ ਜਾਇਜ਼ਾ ਲਿਆ। ਸਵਾਲ ਉੱਠ ਰਿਹਾ ਹੈ, ਨਵਜੋਤ ਸਿੰਘ ਸਿੱਧੂ ਨੇ ਸਵਾਲ ਚੁੱਕਿਆ ਕਿ ਅਸੀਂ ਕਿਵੇਂ ਇਸ SIT ਤੋਂ ਜਾਂਚ ਕਰਵਾ ਕੇ ਇਨਸਾਫ ਦੀ ਉਮੀਦ ਕਰ ਰਹੇ ਹਾਂ। ਕਿ ਵਾਕਈ ਇਨਸਾਫ ਦਿਵਾ ਪਾਏਗੀ SIT, ਜਾਂ ਫਿਰ ਨਵਜੋਤ ਸਿੰਘ ਸਿੱਧੂ ਜਿਹੜੇ ਸਵਾਲ ਚੁੱਕ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਉਹ ਨਾ ਉਮੀਦ ਲੱਗ ਰਹੇ ਨੇ, ਪੀੜਤ ਪਰਿਵਾਰ ਵੀ ਨਾ ਉਮੀਦ ਲੱਗ ਰਹੇ ਨੇ, ਤੇ ਇੱਕ ਵਾਰ ਫਿਰ ਤੋਂ ਇਹਨਾਂ ਦੇ ਪੱਲੇ ਨਿਰਾਸ਼ਾ ਹੀ ਪਏਗੀ। ਤੁਸੀਂ ਨਵਜੋਤ ਸਿੱਧੂ ਦੇ ਟਵੀਟ ਨੂੰ ਪੜ੍ਹਿਆ ਜਿਹੜਾ ਉਸਨੇ ਅੱਜ ਜਾਰੀ ਕੀਤਾ, ਔਰ ਨਾਲ ਹੀ ਤੁਸੀਂ ਜਿਹੜੀ SIT ਨਵੀਂ ਗਠਿਤ ਹੈ LK ਯਾਦਵ ਵਾਲੀ, ਉਹਦੀ ਕੋਟਕਪੂਰਾ ਫੇਰੀ ਦੀ ਗੱਲ ਕੀਤੀ ਹੈ। ਸਿੱਧੂ ਸਾਹਿਬ, ਮੈਂ ਚਾਹਾਂਗਾ ਕਿ ਇਹ ਟਵੀਟ ਦਾ ਜਿਹੜਾ ਦੂਸਰਾ ਹਿੱਸਾ ਹੈ ਉਸ ਨੂੰ ਵੀ ਤੁਸੀਂ ਪੜ੍ਹ ਕੇ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ, ਤਾਂ ਜੋ ਜਿਹੜੀ ਅਸਲੀ ਗੱਲ ਹੈ ਉਹ ਇਸ ਟਵੀਟ ਦੇ ਦੂਜੇ ਹਿੱਸੇ 'ਚ ਲੁਕੀ ਹੈ। ਜੇ ਨਹੀਂ ਤਾਂ ਮੈਂ ਉਸ ਨੂੰ ਥੋੜ੍ਹਾ ਜਿਹਾ ਸੰਖੇਪ 'ਚ ਦੱਸ ਸਕਦਾ। ਬਿਲਕੁਲ ਜੀ। ਇਸ ਟਵੀਟ ਦੇ ਸੈਕਿੰਡ ਹਿੱਸੇ 'ਚ ਉਹ ਲਿਖਦਾ ਕਿ ਪੁਲਿਸ ਕੋਲ ਕਾਰਵਾਈ ਕਰਨ ਵਾਸਤੇ ਪੂਰਨ ਤੌਰ 'ਤੇ ਪ੍ਰਬੰਧ ਹਨ, ਪਰ ਪੁਲਿਸ ਜਿਹੜੀ ਆ ਦੋਸ਼ੀਆਂ ਨੂੰ ਫੜ ਨਹੀਂ ਰਹੀ ਹੈ, ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਔਰ ਲੋਕਾਂ ਨੂੰ ਇਨਸਾਫ ਨਹੀਂ ਦੇ ਰਹੀ। ਇਸ ਟਵੀਟ ਦਾ ਦੂਜਾ ਜਿਹੜਾ ਸੰਖੇਪ ਭਾਵ ਹੈ ਉਹ ਇਹ ਨਿਕਲਦਾ। ਦੇਖੋ ਸਿੱਧੂ ਸਾਹਿਬ, ਜਿਹੜੀ ਗੱਲ ਅੱਜ ਬਣਦੀ ਹੈ ਕਰਨੀ ਉਹ ਇਹ ਹੈ ਕਿ ਕੱਲ ਕੈਬਨਿਟ ਦੀ ਮੀਟਿੰਗ ਸੀ। ਉਸ ਤੋਂ ਪਹਿਲਾਂ ਕਈ ਮੰਤਰੀਆਂ ਦੀਆਂ ਸਟੇਟਮੈਂਟਾਂ ਨਵਜੋਤ ਸਿੱਧੂ ਦੇ ਖਿਲਾਫ ਆਈਆਂ, ਔਰ ਇਹ ਸਮਝਿਆ ਜਾਂਦਾ ਸੀ ਕਿ ਸ਼ਾਇਦ
ਨਵਜੋਤ ਸਿੱਧੂ ਆਪਣੀ ਬਿਆਨਬਾਜ਼ੀ ਤੋਂ ਥੋੜ੍ਹਾ ਜਿਹਾ ਗਰੀਸ ਕਰਨ ਜਾਂ ਉਹ ਬੰਦ ਹੋ ਜਾਣ। ਪਰ ਉਹਨਾਂ ਵੱਲੋਂ ਬੇਰੋਕ ਜਿਹੜਾ ਕੈਪਟਨ ਸਰਕਾਰ ਉੱਤੇ ਹਮਲੇ ਜਿਹੜੇ ਜਾਰੀ ਨੇ, ਔਰ ਅੱਜ ਉਹਨਾਂ ਨੇ ਉਹ ਜਿਹੜੀ ਟਵੀਟ ਜਾਰੀ ਕਰਕੇ, ਉਹ ਬਿਆਨ ਜਾਰੀ ਕਰਕੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ SIT ਜਿਹੜੀ ਨਵੀਂ ਬਣਾਈ ਆ, ਉਹਦੇ ਵੱਲੋਂ ਕੋਟਕਪੂਰਾ ਫੇਰੀ ਦੇ ਦੌਰਾਨ ਉਹਨਾਂ ਨੇ ਉੱਥੇ ਜਾ ਕੇ ਕੀ ਕੀਤਾ, ਉਹਦੇ ਉੱਤੇ ਉਹਨਾਂ ਨੇ ਸਵਾਲ ਉਠਾਏ, ਜਿਹੜਾ ਤੁਹਾਡਾ ਪ੍ਰਸ਼ਨ ਸੀ। ਦੇਖੋ ਸਿੱਧੂ ਸਾਹਿਬ, ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਨਵੀਂ SIT ਗਈ, ਜਿਸ ਤਰ੍ਹਾਂ ਹਾਈ ਕੋਰਟ ਦੇ ਹੁਕਮ ਨੇ, ਉਹਨਾਂ ਨੇ ਮੀਡੀਆ ਨਾਲ ਗੱਲ ਨਹੀਂ ਕਰਨੀ, ਉਹਨਾਂ ਨੇ ਕਿਸੇ ਰਾਜਨੀਤਿਕ ਲੋਕ ਨਾਲ ਗੱਲ ਨਹੀਂ ਕਰਨੀ, ਕੇਵਲ ਉਹਨਾਂ ਨੇ ਉੱਥੋਂ ਦੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨੀ ਹੈ। ਅੱਛਾ, ਉਹ ਜਦੋਂ ਉੱਥੇ ਟੀਮ ਗਈ ਤਾਂ ਉੱਥੇ ਉਸ ਟੀਮ ਦਾ ਨਾ ਤਾਂ ਕਿਸੇ ਨੇ ਕੋਈ ਵਿਰੋਧ ਕੀਤਾ ਤੇ ਨਾ ਹੀ ਸਵਾਗਤ ਕੀਤਾ, ਕਿਉਂਕਿ ਲੋਕ ਜਿਹੜੇ ਪੰਜਾਬ ਦੇ ਲੋਕ ਨੇ, ਜਾਂ ਉੱਥੋਂ ਦੇ ਕੋਟਕਪੂਰੇ ਦੇ, ਬਰਗਾੜੀ ਦੇ, ਜਾਂ ਹੋਰ ਜਿਹੜੇ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨਾਲ ਜੁੜੇ ਲੋਕ, ਪ੍ਰਭਾਵਿਤ ਲੋਕ ਨੇ, ਉਹ ਇਹ ਗੱਲ ਨੂੰ ਮੇਰੀ ਧਿਆਨ ਨਾਲ ਸੁਣਿਓ, ਉਹ ਸਰਕਾਰ ਦੇ ਡਰਾਮਿਆਂ ਤੋਂ ਅੱਕ ਚੁੱਕੇ ਆ। ਸਰਕਾਰ ਦੇ ਡਰਾਮਿਆਂ ਤੋਂ ਇਸ ਤਰੀਕੇ ਨਾਲ ਅੱਕ ਚੁੱਕੇ ਆ, ਪਹਿਲਾਂ ਯੋਰਾ ਸਿੰਘ ਕਮਿਸ਼ਨ ਆਉਂਦਾ, ਫਿਰ ਜਸਟਿਸ ਸੰਜੀਤ ਸਿੰਘ ਕਮਿਸ਼ਨ ਆਉਂਦਾ, ਫਿਰ ਕੰਵਰ ਵਿਜੇ ਪ੍ਰਤਾਪ ਦੀ SIT ਹੁੰਦੀ ਹੈ, ਤੇ ਚੌਥੀ ਆ ਜਿਹੜੀ LK ਯਾਦਵ ਵਾਲੀ ਸਿੱਟ ਜਿਹੜੀ ਉਹ ਆਉਂਦੀ, ਉਹ ਟੀਮ ਗਈ। 3 ਟੀਮਾਂ ਹੁਣ ਤੱਕ ਇਨਵੈਸਟੀਗੇਸ਼ਨ ਕਰ ਚੁੱਕੀਆਂ ਨੇ, ਔਰ ਤਿੰਨਾਂ ਦੇ ਵਿੱਚ ਕਿਤੇ ਵੀ ਕੋਈ ਇਨਸਾਫ ਨਾਮ ਦੀ ਚੀਜ਼ ਜਿਹੜੀ ਆ ਇਹਨਾਂ ਦੇ ਪ੍ਰਭਾਵਿਤ ਲੋਕਾਂ ਨੂੰ ਨਹੀਂ ਮਿਲੀ। ਤਾਂ ਹੁਣ ਫਿਰ ਇਹੋ ਜਿਹੇ ਹਾਲਾਤਾਂ 'ਚ ਇਹ ਜਿਹੜੀ ਕੈਪਟਨ ਸਰਕਾਰ ਵੱਲੋਂ ਦੂਜੀ SIT ਬਣਾ ਕੇ, ਤੇ ਸਮੁੱਚੇ ਤੌਰ ਤੇ ਜੇ ਮੈਂ ਕਹਾਂ ਕਿ ਭਾਵੇਂ ਉਹ ਬਾਦਲ ਸਰਕਾਰ ਹੋਵੇ ਤੇ ਭਾਵੇਂ ਕੈਪਟਨ ਸਰਕਾਰ ਹੋਵੇ, ਇਹ ਜਿਹੜਾ ਚੌਥਾ ਡਰਾਮਾ, ਇਹਦੇ ਉੱਤੇ ਲੋਕ ਕਿਸ ਤਰੀਕੇ ਨਾਲ ਯਕੀਨ ਕਰਨਗੇ? ਇਹ ਕੇਵਲ ਔਰ ਕੇਵਲ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਗੱਲ ਹੈਗੀ ਆ, ਕਿ ਜੇਕਰ ਤੁਸੀਂ ਕਾਰਵਾਈ ਕਰਨ ਵਾਸਤੇ ਇੰਨੇ ਹੀ ਗੰਭੀਰ ਜੇ, ਤਾਂ ਫਿਰ ਕੈਪਟਨ ਸਰਕਾਰ ਵੱਲੋਂ 6 ਮਹੀਨੇ ਦਾ ਸਮਾਂ ਦੇਣਾ ਬਿਲਕੁਲ ਵਿਅਰਥਾ ਸੀ। ਉਹ ਨਹੀਂ ਸੀ ਦਿੱਤਾ ਜਾ ਸਕਦਾ, ਨਹੀਂ ਸੀ ਦੇਣ ਦੀ ਲੋੜ, ਕਿਉਂਕਿ ਤੁਹਾਡੇ ਕੋਲ ਬਿਆਨ, ਪੈਨਾਂ ਰਿਕਾਰਡ ਨੇ, ਗਵਾਹ ਤੁਹਾਡੇ ਕੋਲ ਪਹਿਲਾਂ ਮੌਜੂਦ ਨੇ, ਸਭ ਕੁਝ ਤਾਂ ਤੁਹਾਡੇ ਕੋਲ ਮੌਜੂਦ ਆ। ਹਫ਼ਤੇ 'ਚ ਜਾਂ 15 ਦਿਨਾਂ 'ਚ ਜਾਂ ਮਹੀਨੇ 'ਚ ਜਾਂ 2 ਮਹੀਨੇ 'ਚ ਉਹਨਾਂ ਬਿਆਨਾਂ ਦੇ ਆਧਾਰ ਤੇ ਵੀ ਸਭ ਕੁਝ ਕੀਤਾ ਜਾ ਸਕਦਾ ਸੀ। ਪਰ ਜਦੋਂ ਤੁਸੀਂ ਇਨਸਾਫ ਦੇਣ ਵਾਸਤੇ ਤਿਆਰ ਹੀ ਨਹੀਂ ਜੀ, ਤਾਂ ਫਿਰ ਤੁਸੀਂ ਜਿੰਨੇ ਮਰਜ਼ੀ ਇਹੋ ਜਿਹੇ ਡਰਾਮੇ ਕਰ ਲਓ, ਇਹਨਾਂ ਤੋਂ ਲੋਕਾਂ ਨੂੰ ਬਹੁਤੀ ਆਸ ਨਹੀਂ। ਜਿਸ ਤਰ੍ਹਾਂ ਭਾਈ ਧਿਆਨ ਸਿੰਘ ਮੰਡ ਦੀ ਗੱਲ ਕੀਤੀ, ਧਿਆਨ ਸਿੰਘ ਮੰਡ ਦੀ ਗੱਲ ਤੋਂ ਇਲਾਵਾ ਜਿਹੜੇ 2 ਨੌਜਵਾਨ ਉੱਥੋਂ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ, ਜਾਂ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦੇ ਜਿਹੜੇ ਬੇਟੇ ਨੇ, ਉਹਨਾਂ ਦੇ ਸਾਰਿਆਂ ਦੇ ਬਿਆਨ ਇਹੋ ਹੀ ਨੇ ਕਿ ਅਸੀਂ ਕੋਈ ਨਾ ਤਾਂ ਬਿਆਨ ਦੇਣਾ, ਨਾ ਹੀ ਕੋਈ ਕਾਰਵਾਈ ਚਾਹੁੰਦੇ, ਕਿਉਂਕਿ ਸਾਨੂੰ ਇਨਸਾਫ ਜਿਹੜਾ ਉਹ ਮਿਲਣਾ ਹੀ ਨਹੀਂ ਹੈ। ਬਿਲਕੁਲ। ਦੂਜਾ ਸਿੱਧੂ ਸਾਹਿਬ, ਗੱਲ ਨਵਜੋਤ ਸਿੱਧੂ ਦੀ ਆਪਾਂ ਕਰਦੇ ਹਾਂ। ਨਵਜੋਤ ਸਿੱਧੂ ਦੇਖੋ ਬਿਲਕੁਲ ਆਪਣੇ ਉਸੇ ਸਟੈਂਡ ਤੇ ਕਾਇਮ ਹੈ, ਜਿਹੜੇ ਸਟੈਂਡ ਤੇ ਉਹ ਅੱਜ ਤੋਂ 2018 ਵਿੱਚ ਕਾਇਮ ਸੀ। ਜੇ ਤਾਂ ਤੁਸੀਂ ਗੱਲ ਕੀਤੀ ਕਿ ਰਵਨੀਤ ਬਿੱਟੂ ਵਰਗੇ ਬੰਦੇ ਨੂੰ ਉਸਨੇ ਜਵਾਬ ਦਿੱਤਾ। ਔਰ ਦੂਜੇ ਪਾਸੇ ਇੰਟਰਸਟਿੰਗ ਗੱਲ ਇਹ ਆ ਕਿ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਗੱਲ ਕੀਤੀ ਕਿ ਜਿਸ ਤਰੀਕੇ ਨਾਲ ਕੈਪਟਨ ਸਰਕਾਰ ਦੇ ਮੰਤਰੀ ਉਹਦੇ ਉੱਤੇ ਹਮਲਾਵਰ ਹੋ ਕੇ ਬੜੀ ਸਖਤ ਸ਼ਬਦਾਵਲੀ ਉਸ ਦੇ ਖਿਲਾਫ ਬੋਲਦੇ ਪਏ ਆ, ਔਰ ਦੂਜੇ ਪਾਸੇ ਸਿੱਧੂ ਸਾਹਿਬ ਦੇਖੋ, ਨਵਜੋਤ ਸਿੱਧੂ ਨੇ ਕਿਸੇ ਦੇ ਵੀ ਖਿਲਾਫ, ਕਿਸੇ ਵੀ ਮੰਤਰੀ ਦੇ ਖਿਲਾਫ, ਕੈਪਟਨ ਟੀਮ ਦੇ ਕਿਸੇ ਵੀ ਵਿਧਾਇਕ ਦੇ ਖਿਲਾਫ, ਈਵਨ ਕਿ ਉਹਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਇੱਕ ਸ਼ਬਦ ਅੱਜ ਦੀ ਮਿਤੀ ਤੱਕ ਨਹੀਂ ਬੋਲਿਆ। ਉਹ ਕੇਵਲ ਔਰ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਤੇ ਇਨਸਾਫ ਦੀ ਉਹ ਮੰਗ ਕਰ ਰਿਹਾ, ਔਰ ਇਹ ਗੱਲ ਕਹਿ ਰਿਹਾ ਕਿ ਮੈਂ ਇਸ ਇਨਸਾਫ ਦੀ ਭਾਲ ਵਾਸਤੇ, ਇਸ ਇਨਸਾਫ ਨੂੰ ਲੈਣ ਵਾਸਤੇ ਮੈਂ ਅਖੀਰ ਤੱਕ ਜਾਵਾਂਗਾ। ਅਖੀਰ ਤੱਕ ਇਹੋ ਹੀ ਕਿ ਮੈਂ ਮੰਗ ਰਿਹਾ, ਤੁਹਾਡੇ ਕੋਲ ਇਨਸਾਫ ਦੀ ਮੰਗ ਕਰ ਰਿਹਾ। ਉਹਨੇ ਕਿਤੇ ਵੀ ਜਿਹੜੀ ਵਿਰੋਧੀ ਸੁਰ ਆ ਉਸਨੇ ਨਹੀਂ ਅਪਣਾਈ। ਉਸਨੇ ਕਿਤੇ ਨਹੀਂ ਇਹ ਗੱਲ ਕਹੀ ਕਿ ਕਾਂਗਰਸ ਪਾਰਟੀ ਮਾੜੀ ਹੈ। ਉਸਨੇ ਇਹ ਕਿਤੇ ਨਹੀਂ ਕਿਹਾ ਕਿ ਕਾਂਗਰਸ ਪਾਰਟੀ ਸਿੱਖਾਂ ਦੇ ਮਸਲਿਆਂ ਨੂੰ ਹੱਲ ਨਹੀਂ ਕਰਨਾ ਚਾਹੁੰਦੀ। ਉਹ ਕਿਤੇ ਨਹੀਂ ਇਹ ਗੱਲ ਕਹਿ ਰਿਹਾ ਕਿ ਕਾਂਗਰਸ ਪਾਰਟੀ ਦਾ ਜਿਹੜਾ ਰੋਲ ਆ ਉਹ ਬੀਤੇ ਸੰਦਰਭ ਵਿੱਚ ਸਿੱਖ ਮਸਲਿਆਂ ਦੇ ਪ੍ਰਤੀ ਨਕਾਰਾਤਮਕ ਰਿਹਾ। ਉਹ ਕੇਵਲ ਔਰ ਕੇਵਲ ਸਿੱਧੂ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੀ ਬਣਦੀ ਜ਼ਿੰਮੇਵਾਰੀ ਦਿਖਾ ਰਿਹਾ, ਔਰ ਸ਼ਾਇਦ ਇਹੋ ਹੀ ਕਾਰਨ ਹੈ ਕਿ ਜਿਹੜੀ ਕਾਂਗਰਸ ਹਾਈ ਕਮਾਨ ਉਹ ਪੂਰਨ ਤੌਰ ਤੇ ਚੁੱਪ ਹੋ ਕੇ ਇਸ ਸਮੁੱਚੀ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਹੁਣ ਆਪਾਂ ਜੇਕਰ ਨਵੀਂ SIT ਦੀ ਗੱਲ ਕਰੀਏ, ਕਿਉਂਕਿ ਇਸ SIT ਦੇ ਵਿੱਚੋਂ ਹੀ ਜਿਹੜੇ ਪ੍ਰਸ਼ਨ ਜਿਹੜੇ ਉਹ ਜਨਮ ਲੈਂਦੇ ਆ, ਪਰ ਉਹਨਾਂ ਪ੍ਰਸ਼ਨਾਂ ਤੇ ਜਨਮ ਲੈਣ ਤੋਂ ਪਹਿਲਾਂ ਜਿਹੜੀ ਗੱਲ ਹੈਗੀ ਆ ਉਹ ਇਹ ਆ ਕਿ ਨਵਜੋਤ ਸਿੱਧੂ ਦਾ ਇਹਨਾਂ SIT ਦੇ ਉੱਤੇ ਕਿਸ ਹੱਦ ਤੱਕ ਵਿਸ਼ਵਾਸ ਹੈਗਾ। ਨਵਜੋਤ ਸਿੱਧੂ ਨੂੰ ਵੀ ਛੱਡ ਦਿਓ ਕਿ ਲੋਕਾਂ ਦਾ ਵਿਸ਼ਵਾਸ ਇਹਨਾਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਨਵੀਂ ਬਣੀ LK ਯਾਦਵ ਵਾਲੀ, ਕੀ ਉਸ ਉੱਤੇ ਵਿਸ਼ਵਾਸ ਹੈਗਾ?
ਤੁਹਾਨੂੰ ਪਤਾ ਹੋਵੇਗਾ ਕਿ ਜਿੰਨੇ ਵੀ ਰਾਜਨੀਤਿਕ ਲੋਕ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਦੇ ਹੋਣ, ਚਾਹੇ ਵਿਰੋਧੀ ਧਿਰ ਦੇ ਹੋਣ, ਸਵਾਏ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ, ਸਾਰਿਆਂ ਨੇ ਇਸ SIT ਦੇ ਉੱਤੇ ਗੰਭੀਰ ਪ੍ਰਸ਼ਨ ਚਿੰਨ੍ਹ ਜਿਹੜੇ ਨੇ ਉਹ ਲਗਾਏ ਨੇ, ਪ੍ਰਸ਼ਨ ਜਿਹੜੇ ਨੇ ਉਹ ਲਗਾਏ ਨੇ। ਪਰ ਇਹਦੇ ਸਭ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਹੁਣੀ ਆਪਣੀ ਚਾਲੇ ਉਸੇ ਤਰੀਕੇ ਨਾਲ ਚੱਲਦੇ ਪਏ ਆ। ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਆ ਕਿ ਕੀ ਬਣਦਾ ਜਾਂ ਕੀ ਨਹੀਂ ਬਣਦਾ। ਸਿੱਧੂ ਸਾਹਿਬ ਦੇਖੋ, ਹੁਣ ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ ਇਹ ਮਜਬੂਰੀ ਬਣ ਚੁੱਕੀ ਆ ਕਿ ਉਹਨਾਂ ਨੂੰ ਕੁਝ ਨਾ ਕੁਝ ਕਾਰਵਾਈ ਜਿਹੜੀ ਆ ਇਸ ਰਿਪੋਰਟ ਨਾਲ ਸੰਬੰਧਿਤ ਲੋਕਾਂ ਦੇ ਖਿਲਾਫ ਕਰਨੀ ਪਵੇਗੀ। ਜੇ ਉਹ ਨਹੀਂ ਕਰਦੇ ਤਾਂ ਫਿਰ ਉਹ ਰਾਜਨੀਤਿਕ ਹਾਸ਼ੀਏ ਤੋਂ ਜਿਹੜਾ ਪਾਰ ਚਲੇ ਜਾਣਗੇ, ਉਹਨਾਂ ਦੀ ਹੋਂਦ ਪੂਰਨ ਤੌਰ ਤੇ ਖਤਮ ਜਿਹੜੀ ਹੋ ਜਾਏਗੀ। ਕੱਲ ਕੁਝ TV ਚੈਨਲਾਂ ਤੇ ਆਪਾਂ ਇਹ ਗੱਲਬਾਤ ਕਰ ਰਹੇ ਸਾਂ, ਮਤਲਬ ਸੁਣ ਰਿਹਾ ਸਾਂ ਮੈਂ, ਕਿ ਜਿਹੜੇ ਅਸਲੀ ਮੁੱਦੇ ਨੇ ਪੰਜਾਬ ਦੇ, ਉਹ ਇਸ ਮੁੱਦੇ 'ਚ ਥੱਲੇ ਨੱਪ ਦਿੱਤੇ ਗਏ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਤੇ ਥੱਲੇ ਜਿਹੜੇ ਦੂਜੇ ਮੁੱਦੇ ਆ ਉਹ ਥੱਲੇ ਕਰ ਦਿੱਤੇ ਗਏ, ਜਿਵੇਂ ਘਰ ਰੁਜ਼ਗਾਰ ਦਾ ਮਸਲਾ ਜਾਂ ਹੋਰ ਨਸ਼ੇ ਦਾ ਮਸਲਾ ਜਾਂ ਇਹੋ ਜਿਹੇ ਮਸਲੇ ਜਿਹੜੇ ਪੰਜਾਬ ਵਿੱਚ ਕੈਪਟਨ ਕਾਂਗਰਸ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਆਈ ਸੀ, ਤਾਂ ਉਹ ਮਸਲੇ ਜਿਹੜੇ ਨੇ ਉਹ ਸਰਕਾਰ ਕੋਲ ਹੱਲ ਨਹੀਂ ਹੋਏ ਤੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਤੇ ਉਹ ਜਿਹੜੇ ਮਸਲੇ ਨੇ, ਸਾਰੇ ਮੁੱਦੇ ਜਿਹੜੇ ਨੇ ਉਹ ਠੱਪ ਕਰ ਦਿੱਤੇ ਗਏ ਔਰ ਕੇਵਲ ਇਹ ਗੱਲ ਹੋ ਰਹੀ ਹੈ। ਤਾਂ ਜਿਹੜੇ ਵੱਖ-ਵੱਖ ਚੈਨਲਾਂ ਦੇ ਸਿਆਸੀ ਮਾਹਿਰ ਸੀ, ਉਹਨਾਂ ਨੇ ਕੁਝ ਨੇ ਇਹ ਗੱਲ ਕੀਤੀ ਕਿ ਹਾਂ ਵੀ ਉਹਨਾਂ ਮੁੱਦਿਆਂ ਦੀ ਵੀ ਪੂਰਨ ਤੌਰ ਤੇ ਜਿਹੜੀ ਪੰਜਾਬ ਦੇ ਅੰਦਰ ਅਹਿਮੀਅਤ, ਰੁਜ਼ਗਾਰ ਮਿਲਣਾ ਚਾਹੀਦਾ, ਬੇਰੁਜ਼ਗਾਰੀ ਖਤਮ ਹੋਣੀ ਚਾਹੀਦੀ ਹੈ, ਕਰੋਨਾ ਨਾਲ ਗੰਭੀਰ ਸੰਕਟ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ, ਆਪਾਂ ਕਿਸੇ ਗੱਲ ਨੂੰ ਡਿਨਾਈ ਨਹੀਂ ਕਰ ਸਕਦੇ। ਪਰ ਜਿਹੜਾ ਸਭ ਤੋਂ ਮੁੱਢਲਾ ਪ੍ਰਸ਼ਨ ਇਹ ਆ ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਆ। ਉਹਨੂੰ ਕਿਸੇ ਵੀ ਸੂਰਤ ਦੇ ਵਿੱਚ ਤੁਸੀਂ ਲੋਕ ਮਾਨਸਿਕਤਾ ਦੇ ਵਿੱਚੋਂ ਮਨਫੀ ਨਹੀਂ ਕਰ ਸਕਦੇ। ਔਰ ਸ਼ਾਇਦ ਇਹੋ ਹੀ ਕਾਰਨ ਆ ਕਿ ਨਵਜੋਤ ਸਿੱਧੂ ਵੱਲੋਂ ਬੀਤੇ 1.5 ਮਹੀਨੇ ਦੀ ਜਿਹੜੀ ਬੈਟਿੰਗ ਕੀਤੀ ਜਾ ਰਹੀ ਹੈ, ਬਿਆਨਬਾਜ਼ੀ ਕੈਪਟਨ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਹੈ, ਔਰ ਕੈਪਟਨ ਸਰਕਾਰ ਕੋਲੋਂ ਉਸ ਬਿਆਨਬਾਜ਼ੀ ਦਾ ਕੋਈ ਜਵਾਬ ਨਹੀਂ ਹੈ। ਹੁਣ SIT ਦੇ ਮੁੱਦੇ ਤੇ ਉਹਨੇ ਗੱਲ ਕੀਤੀ ਕਿ ਆਹ ਨਵੀਂ SIT ਲੋਕਾਂ ਨੂੰ ਇਨਸਾਫ ਦਵਾਏ, ਕਿ ਜੇ ਪੁਲਿਸ ਨੇ ਇਨਸਾਫ ਦਿਵਾਉਣਾ ਹੋਵੇ ਨਾ ਕਿਸੇ ਵਿਅਕਤੀ ਨੂੰ, ਤੇ ਅੱਜ ਤੋਂ 6 ਸਾਲ ਪਹਿਲਾਂ ਪਰਚਾ ਕੱਢ ਕੇ ਲੈ ਆਉਂਦੇ ਕਿ ਭਾਈ ਸਾਹਿਬ ਵੇਖੋ ਆਹ ਤੁਹਾਡੇ ਖਿਲਾਫ ਦਰਖਾਸਤ ਚੱਲ ਪਈ ਅੰਦਰ। ਜੇ ਪੁਲਿਸ ਨੇ ਕਰਨਾ ਹੋ ਜਾਂ ਪ੍ਰਸ਼ਾਸਨ ਜਾਂ ਅਸੀਂ ਜ਼ਿੰਮੇਵਾਰ ਵਿਅਕਤੀ ਦੀ ਗੰਭੀਰਤਾ ਨੂੰ ਪਛਾਣਨਾ ਹੋਵੇ ਤਾਂ ਉਹ ਕਰ ਸਕਦੇ ਨੇ। ਇੰਟਰਸਟਿੰਗ ਗੱਲ ਇਹ ਹੈ, ਦਿਲਚਸਪੀ ਆਹ ਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਬੜਾ ਹੈਰਾਨਗੀ ਇੱਕ ਪੈਦਾ ਕਰਨ ਵਾਲਾ ਪ੍ਰਸ਼ਨ ਹੈ, ਸਿੱਧੂ ਸਾਹਿਬ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਨਵਜੋਤ ਸਿੱਧੂ ਇਹ ਪ੍ਰਸ਼ਨ ਨਿੱਤ ਪੈਦਾ ਕਰਦਾ, ਪੰਜਾਬ ਦੇ ਗ੍ਰਹਿ ਮੰਤਰੀ ਨੂੰ ਸਵਾਲ ਕਰਦਾ ਕਿ ਤੇਰੀ ਜ਼ਿੰਮੇਵਾਰੀ ਕੀ ਹੈ। ਔਰ ਦੂਜੇ ਪਾਸੇ ਹੈਰਾਨਗੀ ਦੀ ਗੱਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਇਸ ਅਸਲੀ ਮੁੱਦੇ ਵੱਲ ਆਉਣ ਦੀ ਬਜਾਏ, ਇਸ ਦਾ ਕੋਈ ਸਪਸ਼ਟ ਜਵਾਬ ਦੇਣ ਦੀ ਬਜਾਏ ਹੋਰ ਤਰੀਕੇ ਦੀ ਬਿਆਨਬਾਜ਼ੀ ਕਰਕੇ ਇਸ ਮਸਲੇ ਨੂੰ ਠੰਡੇ ਬਸਤੇ 'ਚ ਪਾਉਣ ਦਾ ਯਤਨਾਂ 'ਚ ਨੇ। ਉਹਨਾਂ ਦੀ ਕੋਈ ਸਟੇਟਮੈਂਟ ਹੀ ਨਹੀਂ ਆ ਰਹੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ। ਉਹ ਕਿਸੇ ਇੰਨੀ ਗੱਲ ਹੀ ਕਹਿ ਦੇਣ, ਉਹਨਾਂ ਦੀ ਟੀਮ ਇੰਨੀ ਗੱਲ ਹੀ ਕਹਿ ਦੇ, ਉਹਨਾਂ ਦਾ ਮੀਡੀਆ ਸਲਾਹਕਾਰ ਭਰਪਿੰਦਰ ਚਾਹਲ ਹੀ ਕਹਿ ਦੇ ਇੰਨੀ ਗੱਲ ਕਿ ਨਹੀਂ ਭਈ ਕੈਪਟਨ ਸਰਕਾਰ ਇਸ ਮਸਲੇ ਦੇ ਪ੍ਰਤੀ ਗੰਭੀਰ ਆ, ਅਸੀਂ SIT ਦੀਆਂ ਜਿਹੜੀਆਂ ਸਵਾਲ ਤੱਕ ਕਿਤੇ ਉੱਠਦੇ ਆ, ਕਿਉਂਕਿ ਜੇਕਰ ਤੁਹਾਡੀ ਕੈਬਨਿਟ ਤੁਹਾਨੂੰ ਘੇਰ ਰਹੀ ਹੈ, ਤੁਹਾਡੇ ਵਿਧਾਇਕ ਤੁਹਾਨੂੰ ਘੇਰ ਰਹੇ ਨੇ, ਕੁੱਲ ਮਿਲਾ ਕੇ ਸਰਕਾਰ ਘੇਰ ਰਹੀ ਹੈ, ਤੁਹਾਡੀ ਆਵਾਮ ਜਿਹੜੀ ਹੈ ਤੁਹਾਨੂੰ ਉਹ ਘੇਰ ਰਹੀ ਹੈ, ਤਾਂ ਫਿਰ ਮੁੱਖ ਮੰਤਰੀ ਜੇ ਬੋਲੇ ਨਾ ਤੇ ਫਿਰ ਇਹ ਤੋਂ ਮੰਦਭਾਗੀ ਗੱਲ ਕਿਹੜੀ ਹੈ? ਨਹੀਂ, ਪ੍ਰਸ਼ਨ ਮੈਂ ਉਹੀ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਨਿੱਤ ਤੁਹਾਡੀ ਜ਼ਿੰਮੇਵਾਰੀ ਦੇ ਪ੍ਰਤੀ ਜੋ ਤੁਸੀਂ ਭੂਮਿਕਾ ਬੀਤੇ ਦੌਰ 'ਚ ਨਿਭਾਈ ਹੈ, ਔਰ ਇਸ ਵਕਤ ਜੋ ਤੁਹਾਡੀ ਭੂਮਿਕਾ ਲੋਕਾਂ ਦੇ ਸਾਹਮਣੇ ਆ ਰਹੀ ਹੈ, ਤੁਸੀਂ ਉਸ ਸੰਬੰਧੀ ਕੋਈ ਵੀ ਆਪਣੀ ਸਥਿਤੀ ਸਾਫ਼ ਕਰਨ ਦੀ ਬਜਾਏ ਕੇਵਲ ਆਪਣੇ ਮੰਤਰੀਆਂ ਕੋਲ ਤੁਸੀਂ ਬਿਆਨ ਦਵਾ ਕੇ ਇਸ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਰਹੇ ਜੀ। ਪਰ ਸਿੱਧੂ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਸਾਫ਼ ਸਪਸ਼ਟ ਸ਼ਬਦਾਂ 'ਚ ਕਹਿਣਾ, ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ SIT ਵੱਲੋਂ ਰਿਪੋਰਟ ਜਿਹੜੀ ਰੱਦ ਹੋਈ ਹੈ ਹਾਈ ਕੋਰਟ ਵੱਲੋਂ, ਇਹਦਾ ਭੂਤ ਜਿਹੜਾ ਜੂੜਾ ਇਹ ਕੈਪਟਨ ਸਰਕਾਰ ਦੇ ਗਲੋਂ ਬਿਲਕੁਲ ਨਹੀਂ ਲੱਥ ਸਕਦਾ ਜਿੰਨਾ ਚਿਰ ਤੱਕ ਕੈਪਟਨ ਸਰਕਾਰ ਇਸ ਪ੍ਰਤੀ ਗੰਭੀਰ ਹੋ ਕੇ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਨਿਭਾਉਂਦੀ। ਉਹ ਬੇਸ਼ੱਕ ਜਿੰਨੇ ਮਰਜ਼ੀ ਯਤਨ ਕਰ ਲੈਣ ਕਿ ਇਸ ਸਾਰੇ ਮਸਲੇ ਨੂੰ ਠੰਡੇ ਬਸਤੇ ਦੇ ਵਿੱਚ ਪਾ ਕੇ ਗੱਲ ਨੂੰ ਉਲਝਾਇਆ ਜਾਵੇ, ਪਰ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਇਹ ਗੱਲ ਇਹ ਵੀ ਦੂਜੇ ਪਾਸੇ ਹੈ ਕਿ ਇਹ SIT ਬਣੀ ਹੈ, ਹੁਣ ਤੁਸੀਂ SIT ਜਿਹੜੀ ਬਣੀ ਹੈ ਨਵੀਂ, ਕੱਲ੍ਹ ਨੂੰ ਇਹਨੇ ਉਸ ਰਿਪੋਰਟ ਦੇ ਆਧਾਰ ਤੇ, ਪਿਛਲੀ ਰਿਪੋਰਟਾਂ ਦੇ ਆਧਾਰ ਤੇ, ਭਾਈ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਹੋਵੇ ਚਾਹੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੋਵੇ, ਉਹਦੇ ਆਧਾਰ ਤੇ ਉਹਦੇ ਵਿੱਚ ਕਥਿਤ ਦੋਸ਼ੀਆਂ ਨੂੰ ਇਸ ਟੀਮ ਨੇ ਪੁੱਛ ਪੜਤਾਲ ਤਾਂ ਕਰਨੀ ਹੈ, ਉਹ ਕਰੇਗੀ। ਔਰ ਜੇ ਕਰੇਗੀ ਤਾਂ ਉਸ ਟੀਮ ਜਿਹੜੇ ਸੰਬੰਧਿਤ ਕਥਿਤ ਦੋਸ਼ੀ ਆ
ਉਹ 3 ਵਾਰੀ ਤੇ ਸਟੇਟਮੈਂਟਾਂ ਦੇ ਚੁੱਕੇ ਆ, ਚੌਥੀ ਵਾਰੀ ਕੀ ਹੋਰ ਉਹ ਲੂਪ ਹੋਲ ਲੱਭ ਕੇ ਹੋਰ ਇਸ ਰਿਪੋਰਟ ਨੂੰ ਕਮਜ਼ੋਰ ਨਹੀਂ ਕਰਨਗੇ? ਜੋ ਪ੍ਰਸ਼ਨ ਪੈਦਾ ਹੁੰਦਾ ਕਿ ਇੱਕ ਬੰਦੇ ਨੂੰ ਜੇਕਰ ਤੁਸੀਂ 3 ਵਾਰੀ ਸਵਾਲ ਪੁੱਛਦੇ ਜੇ, ਪਹਿਲੀ ਰਿਪੋਰਟ ਵੀ ਰੱਦ ਹੋ ਗਈ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਸੰਬੰਧਿਤ ਧਿਰਾਂ ਨੇ ਰੱਦ ਕਰਤਾ, ਜਸਟਿਸ ਅਕਬਰ ਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਹਾਈ ਕੋਰਟ ਨੇ ਰੱਦ ਕਰਤਾ, ਤਾਂ ਆ ਜਿਹੜੀ ਐਲ.ਕੇ. ਯਾਦਵ ਦੀ ਰਿਪੋਰਟ ਆਊਗੀ ਤੇ ਜਦੋਂ ਇਹਦੇ ਨਾਲ ਇਸ ਰਿਪੋਰਟ ਦੇ ਵਿੱਚ ਸ਼ਾਮਲ ਜਿਹੜੇ ਕਥਿਤ ਦੋਸ਼ੀ ਨੇ, ਜਿਨ੍ਹਾਂ ਤੇ ਇਲਜ਼ਾਮ ਲੱਗਦਾ ਕਿ ਗੋਲੀ ਚਲਾਉਣ ਵਾਸਤੇ ਇਹਨਾਂ ਨੇ ਆਰਡਰ ਦਿੱਤਾ, ਜਦੋਂ ਇਹ ਟੀਮ ਉਹਨਾਂ ਕੋਲ ਜਾਊਗੀ ਤੇ ਕੀ ਉਹ ਵਿਅਕਤੀ ਜਿਹੜੇ ਨੇ ਜਵਾਬ ਉਹਨਾਂ ਨੇ ਪਹਿਲਾਂ ਤਿਆਰ ਨਹੀਂ ਕੀਤੇ ਹੋਣਗੇ ਕਿ ਜਿਹਦੇ ਨਾਲ ਬਿਲਕੁਲ ਇਹ ਮਸਲਾ ਜਾਣਿਆ ਪਹਿਲੀ ਤਰੀਕੇ ਠਾ ਕਰਦਾ ਖਤਮ ਹੋ ਜੇ? ਸੋ ਕਹਿਣ ਦਾ ਅਰਥ ਇਹ ਆ ਕਿ ਬੇਸ਼ੱਕ ਹੁਣ ਜਿੰਨੀਆਂ ਮਰਜ਼ੀ ਐਸਸੀਟੀਆਂ ਬਣਾ ਲਓ, ਉਹਨਾਂ ਚਿਰ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ ਜਿੰਨਾ ਚਿਰ ਤੱਕ ਸੰਬੰਧਤ ਜ਼ਿੰਮੇਵਾਰ ਵਿਅਕਤੀ ਦੀ ਨੀਅਤ। ਇਹ ਵੀ ਤਾਂ ਦੱਸਿਆ ਜਾਣਾ ਕਿ ਪਿਛਲੀ ਐਸਆਈਟੀ ਦੀ ਗਲਤੀ ਕਿੱਥੇ ਰਹਿ ਗਈ। ਠੀਕ ਹੈ, ਇਹਨਾਂ ਦੀ ਸਾਰਿਆਂ ਦੇ ਵੱਲੋਂ ਗਾਜ ਉੱਤੇ ਰਲ ਕੇ ਸੁੱਟੀ ਜਾ ਰਹੀ ਹੈ ਆਪਣੇ ਕੁਮਰ ਵਿਜੇ ਪ੍ਰਤਾਪ ਦੇ ਉੱਪਰ, ਪਰ ਜਿਹੜੀਆਂ ਉਹ ਗਲਤੀਆਂ ਦੱਸ ਰਿਹਾ ਕਿ ਭਾਈ ਤੁਹਾਡੇ ਵਕੀਲਾਂ ਦੀ ਟੀਮ ਨੇ ਚੰਗੀ ਤਰ੍ਹਾਂ ਕੰਮ ਨਹੀਂ ਕੀਤਾ, ਤੁਹਾਡੇ ਵਕੀਲਾਂ ਦੀ ਟੀਮ ਜਿਹੜੇ ਤੁਸੀਂ ਲੈ ਕੇ ਆਉਂਦੇ ਸੀ ਉਹ ਸਹੀ ਤਰੀਕੇ ਨਾਲ ਕੇਸ ਅੱਗੇ ਰੱਖ ਨਹੀਂ ਸੀ ਰਹੇ, ਕਿ ਉਹਨਾਂ ਤੇ ਕਾਰਵਾਈ ਨਹੀਂ ਸੀ ਬਣਦੀ, ਕਿਉਂਕਿ ਜਿਹੜੀ ਇਹ ਐਸਆਈਟੀ ਰਿਪੋਰਟ ਤਿਆਰ ਕਰੇਗੀ ਉਹ ਵੀ ਤਾਂ ਫਿਰ ਰੱਖਣੀ ਪੈਣੀ ਹੈ ਨਾ ਕੋਰਟ ਦੇ ਵਿੱਚ। ਉਹ ਕਿਸ ਤਰੀਕੇ ਦੇ ਨਾਲ ਉਹ ਨਾਕਾਮਲ ਜਿਹੜੇ ਵਕੀਲ ਆ ਤੁਹਾਡੇ ਇਸ ਐਸਆਈਟੀ ਦੀ ਰਿਪੋਰਟ ਨੂੰ ਕਿਸ ਤਰੀਕੇ ਦੇ ਨਾਲ ਡਿਫੈਂਡ ਕਰ ਸਕਦੇ ਆ? ਉਹਨਾਂ ਨੂੰ ਵੀ ਤਾਂ ਹਟਾਉਣਾ ਚਾਹੀਦਾ ਨਾ। ਕੀ ਮਜਬੂਰੀ ਹੈ ਕਿ ਤੁਸੀਂ ਉਹਨੂੰ ਹਟਾਤਾ, ਕੁਮਰ ਵਿਜੇ ਪ੍ਰਤਾਪ ਮਜਬੂਰਨ ਹਟਣਾ ਪੈ ਗਿਆ ਉਹਨੂੰ, ਤੇ ਤੁਸੀਂ ਤੁਹਾਡੇ ਜਿਹੜੇ ਪਾਰਟੀ ਦੇ ਵੱਡੇ ਲੀਡਰ ਸੀਨੀਅਰ ਲੀਡਰ ਨੇ ਉਹ ਤੁਹਾਡੇ ਜਿਹੜੇ ਹੈਗੇ ਆ ਐਡਵੋਕੇਟ ਜਨਰਲ ਅਤੁਲ ਨੰਦਾ, ਉਹਨਾਂ ਨੂੰ ਹਟਾਉਣ ਦੇ ਲਈ ਮੰਗ ਕਰ ਰਹੇ ਆ। ਤੁਹਾਡੀ ਮਜਬੂਰੀ ਕੀ ਹੈ ਕਿ ਪੰਜਾਬ ਦੇ ਜਿਹੜੇ ਅਹਿਮ ਕੇਸ ਹੈ ਉਹ ਵਕੀਲ ਜਿਹੜਾ ਹਾਰੀ ਜਾਂਦਾ ਹੈ ਤੇ ਉਹਨੂੰ ਤੁਸੀਂ ਨਾਲ ਰੱਖਿਆ ਹੋਇਆ, ਪੰਜਾਬ ਦੇ ਲੋਕਾਂ ਦਾ ਪੈਸਾ ਉਹਨੂੰ ਹਾਰਨ ਦੇ ਵਾਸਤੇ ਦੇਈ ਜਾ ਰਹੇ ਹੋ? ਦੇਖੋ, ਤੁਸੀਂ ਮੇਰੀ ਨਾ ਗੱਲ ਜਿਹੜੀ ਕੱਟੀ ਗਈ ਸੀ, ਮੈਂ ਗੱਲ ਇਹ ਕਰ ਰਿਹਾ ਕਿ ਤੁਸੀਂ ਜਿਹੜਾ ਪ੍ਰਸ਼ਨ ਹੈ ਮੇਰਾ, ਆ ਜਿਹੜਾ ਦੂਜਾ ਪ੍ਰਸ਼ਨ ਕੀਤਾ, ਮੇਰੀ ਪਹਿਲੀ ਗੱਲ ਨਾਲ ਨਹੀਂ ਜੁੜਦਾ। ਗੱਲ ਇੱਥੇ ਐਸਆਈਟੀ ਦੀ ਰਿਪੋਰਟ ਨੂੰ ਰੱਦ ਹੋਣ ਦਾ ਜਾਂ ਨਵੀਂ ਐਸਆਈਟੀ ਨੂੰ ਬਣਾਉਣ ਦਾ ਕੋਈ ਅਰਥ ਨਹੀਂ ਹੈ। ਸਪਸ਼ਟ ਤੌਰ ਤੇ ਪ੍ਰਸ਼ਨ ਜਿਹੜਾ ਹੈ ਤੁਹਾਡੀ ਨੀਅਤ ਦਾ ਹੈ। ਤੁਹਾਡੀ ਨੀਅਤ ਸਾਫ਼ ਹੈ? ਕੈਪਟਨ ਅਮਰਿੰਦਰ ਸਰਕਾਰ ਦੀ ਕੀ ਨੀਅਤ ਸਾਫ਼ ਆ ਕਿ ਸੰਬੰਧਤ ਦੋਸ਼ੀ ਸਿੱਖਾਂ ਦੇ ਪਿੱਛੇ ਜਾਣ? ਜੇ ਤੇ ਸਿੱਧੂ ਸਾਹਿਬ ਨੀਅਤ ਸਾਫ਼ ਆ ਤਾਂ ਫਿਰ ਕਬਰ ਵਿਜੇ ਪ੍ਰਤਾਪ ਦੀ ਜਿਹੜੀ ਐਸਆਈਟੀ ਦੀ ਰਿਪੋਰਟ ਪੇਸ਼ ਕੀਤੀ ਸੀ ਉਦੋਂ ਹੀ ਕਾਰਵਾਈ ਹੋ ਜਾਂਦੀ। ਉਦੋਂ ਹੀ ਅਤੁਲ ਨੰਦ ਦੀ ਟੀਮ ਇਸ ਕੇਸ ਨੂੰ ਹਾਈ ਕੋਰਟ ਦੇ ਵਿੱਚ ਪੂਰਨ ਤੌਰ ਤੇ ਜਾ ਕੇ ਤਰਕ ਤੇ ਦਲੀਲਾਂ ਦੇ ਆਧਾਰ ਤੇ ਇਹਦੇ ਉੱਤੇ ਬਹਿਸ ਕਰਦੀ ਤੇ ਜਿਹੜੀ ਹਾਈ ਕੋਰਟ ਦੇ ਵਕੀਲ ਸੀ ਸੰਬੰਧਤ ਉਹਨਾਂ ਨੂੰ ਜਵਾਬ ਦਿੰਦੀ। ਪਰ ਜਦੋਂ ਬੁਨਿਆਦੀ ਤੌਰ ਤੇ ਤੁਹਾਡੀ ਨੀਅਤ ਹੀ ਨਹੀਂ ਆ, ਤੁਹਾਡੀ ਨੀਅਤ ਹੀ ਇਸ ਮਸਲੇ ਨੂੰ ਠੰਡੇ ਰਸਤੇ 'ਚ ਪਾਉਂਦੀ ਆ, ਤਾਂ ਫਿਰ ਲੋਕਾਂ ਨਾਲ ਇਨਸਾਫ ਕਿੱਥੇ? ਫਿਰ ਤਾਂ ਲੋਕਾਂ ਦਾ ਧੋਖਾ 2017 'ਚ ਵੀ ਹੋਇਆ, 2017-15 'ਚ ਵੀ ਹੋਇਆ ਤੇ ਉਹ ਅੱਜ ਵੀ ਹੋ ਰਿਹਾ। ਗੱਲ ਇੱਥੇ ਕਾਰਜਸ਼ੈਲੀ ਦੀ ਨਹੀਂ ਹੈ। ਸਿੱਧੂ ਸਾਹਿਬ ਇਸ ਗੱਲ ਨੂੰ ਧਿਆਨ ਨਾਲ ਸੁਣਨਾ, ਗੱਲ ਕਾਰਜਸ਼ੈਲੀ ਨਹੀਂ ਹੈ, ਪ੍ਰਸ਼ਨ ਇੱਥੇ ਤੁਹਾਡੀ ਨੀਅਤ ਦਾ ਹੈ। ਜਿਹੜੀ ਨੀਅਤ ਦੇ ਸੰਬੰਧੀ ਨਵਜੋਤ ਸਿੱਧੂ ਰੋਜ਼ ਪ੍ਰਸ਼ਨ ਉਠਾ ਰਿਹਾ ਔਰ ਰੌਲਾ ਪਾ ਰਿਹਾ, ਔਰ ਉਸ ਨੀਅਤ ਨੂੰ ਸਪਸ਼ਟ ਕਰਨ ਵਾਸਤੇ ਕੈਪਟਨ ਸਰਕਾਰ ਦੇ ਕਿਸੇ ਮੰਤਰੀ ਕੋ ਤੇ ਖੁਦ ਕੈਪਟਨ ਅਮਰਿੰਦਰ ਸਿੰਘ ਕੋਲ ਹੋਣਾ ਕੋਈ ਜਵਾਬ ਹੀ ਨਹੀਂ। ਕਿਤੇ ਇਹ ਦੋ ਸ਼ਬਦ ਉਹ ਬੋਲਦੇ ਹੀ ਨਹੀਂ ਕਿ ਹਾਂ ਭਈ ਅਸੀਂ ਇਸ ਸੰਦਰਭ ਦੇ ਵਿੱਚ ਕਾਰਵਾਈ ਕਰਾਂਗੇ, ਅਸੀਂ ਇਹ ਕਰਾਂਗੇ, ਉਹ ਕਰਾਂਗੇ, ਪਰ ਨਹੀਂ ਹੈ। ਗੱਲ ਇਹ ਆ ਕਿ ਜਦੋਂ ਤੁਹਾਡੀ ਨੀਅਤ ਹੀ ਕਿਸੇ ਮਸਲੇ ਦੀ ਹੱਲ ਕਰਨ ਦੀ ਨਹੀਂ ਆ। ਰਾਜਨੀਤੀ ਦੇ ਵਿੱਚ ਇੱਕ ਗੱਲ ਹੋਰ ਹੁੰਦੀ ਹੈ ਕਿ ਮਸਲੇ ਕਦੇ ਹੱਲ ਨਹੀਂ ਕੀਤੇ ਜਾਂਦੇ, ਮਸਲਿਆਂ ਨੂੰ ਲਿੰਗ ਟਾਉ ਕੀਤਾ, ਲਟਕਾਇਆ ਜਾਂਦਾ, ਕਿਉਂਕਿ ਜੇ ਮਸਲਾ ਹੀ ਮੁੱਕ ਗਿਆ ਫਿਰ ਤੇ ਗੱਲ ਹੀ ਖਤਮ ਹੋ ਗਈ। ਮੈਂ ਇਸੇ ਸਵਾਲ ਦੇ ਨਾਲ ਜੁੜਿਆ, ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਠੀਕ ਹੈ, ਪਹਿਲਾਂ ਇਲਜ਼ਾਮ ਲੱਗੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਰਲੀ ਮਿਲੀ ਭੁਗਤੇ, ਤੁਹਾਨੂੰ ਪਤਾ ਆਮ ਲੋਕਾਂ ਦੇ ਵਿੱਚ ਸੱਥਾਂ ਦੇ ਵਿੱਚ ਜੇ ਆਪਾਂ ਗੱਲਾਂ ਕਰੀਏ, ਖੁੰਡ ਚਰਚਾ ਦੀ ਜੇਕਰ ਗੱਲ ਕਰੀਏ, ਉਹੀ ਇਲਜ਼ਾਮ ਨੇ ਨਵਜੋਤ ਸਿੰਘ ਸਿੱਧੂ ਵਾਲੇ ਕਿ ਭਾਈ ਇਹ ਰਲੇ ਹੋਏ ਆਪਸ ਦੇ ਵਿੱਚ। ਤਾਂ ਹੁਣ ਗੱਲਾਂ ਇਹ ਵੀ ਨੇ ਕਿ ਭਾਈ ਕੈਪਟਨ ਜਿਸ ਤਰੀਕੇ ਦੇ ਨਾਲ ਘਿਰ ਗਿਆ ਆਪਣੀ ਪਾਰਟੀ ਦੇ ਵਿੱਚ, ਆਪਣੀ ਸਰਕਾਰ ਦੇ ਅੰਦਰ, ਆਮ ਲੋਕਾਂ ਦੇ ਅੰਦਰ ਘਿਰ ਗਿਆ, ਹੁਣ ਉਹਦੀ ਮਜਬੂਰੀ ਹੈ, ਹੁਣ ਜਿਹੜਾ ਉਹਨੂੰ ਇਨਸਾਫ ਦੇਣਾ ਪਊਗਾ, ਹੁਣ ਉਹਨੂੰ ਕਾਰਵਾਈ ਕਰਨੀ ਪਊ। ਕੀ ਲੱਗਦਾ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਘਿਰ ਗਏ ਹੈ, ਜਿਸ ਤਰੀਕੇ ਨਾਲ ਹੁਣ ਲੋਕ ਸੋਚਣ ਲੱਗ ਗਏ ਕਾਰਵਾਈ ਕਰਨੀ ਪਊ, ਇਨਸਾਫ ਦੇਣਾ ਪਊ, ਮਿਲੂਗਾ ਇਨਸਾਫ? ਉਹ ਤਾਂ ਦੇਖੋ, ਜਿਹੜੀ ਗੱਲ ਤੁਸੀਂ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਘਿਰ ਗਏ ਆ, ਉਹ ਘਿਰੇ ਆ ਤੇ ਤਾਂ ਹੀ ਕਰਕੇ ਇਹੋ ਜਿਹੇ ਜਿਹੜੇ ਮੰਤਰੀਆਂ ਦੇ ਦਿਵਾਲੇ ਉਹ ਵਿੱਚ ਇਸ ਵੇਲੇ ਘਿਰੇ ਨੇ ਤੇ ਮੰਤਰੀਆਂ ਕੋਲ ਇਹੋ ਜਿਹੇ ਬਿਆਨ ਦੇ ਰਹੇ ਨੇ। ਉਹਨਾਂ ਦਾ ਅਜੇ ਵੀ ਇਹ ਯਤਨ ਹੈ, ਮੈਂ ਕਲੀਅਰ ਸਾਫ਼ ਤੇ ਸਪਸ਼ਟ ਸ਼ਬਦਾਂ ਜੇ ਮੈਂ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਵਾਂ ਤਾਂ ਉਹਨਾਂ ਦਾ ਅਜੇ ਵੀ ਇਹ ਮਨਸ਼ਾ ਹੈ, ਉਹਨਾਂ ਦੀ ਨੀਅਤ ਆ ਕਿ ਮੈਂ ਇਸ ਸਾਰੇ ਚੱਕਰ ਦੇ ਵਿੱਚੋਂ ਬਿਨਾਂ ਕੋਈ ਵਾਦ ਵਿਵਾਦ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਬਣਾਇਆ ਮੈਂ ਸਾਫ਼ ਨਿਕਲ ਜਾ। ਅਜੇ ਵੀ ਜਿਹੜੀ ਉਹਨਾਂ ਦੀ ਮਨਸ਼ਾ ਹੈ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਨਹੀਂ ਹੈ, ਇਹ ਗੱਲ ਮੈਂ
ਠੋਕ ਕੇ ਕਹਿ ਸਕਦਾ, ਕਿਉਂਕਿ ਉਹਨਾਂ ਦੀ ਮਨਸ਼ਾ ਜਿਹੜੀ ਆ ਉਹ ਪੂਰਨ ਤੌਰ ਤੇ ਨਹੀਂ ਹੈ, ਗੰਭੀਰ ਨਹੀਂ ਆ। ਉਹ ਕਿੱਥੋਂ ਇਸ ਗੱਲ ਦਾ ਮਿਲਦਾ ਹੈਗਾ ਪ੍ਰਮਾਣ ਕਿ ਇੰਨਾ ਕੁਝ ਹੋ ਗਿਆ। ਇੰਨੀਆਂ ਸਟੇਟਮੈਂਟਾਂ ਨਵਜੋਤ ਸਿੱਧੂ ਦੇ ਰੋਜ਼ ਟਵੀਟ ਆ ਰਹੇ ਨੇ, ਕਦੇ ਉਹ ਤੁਹਾਡੀ ਜ਼ਿੰਮੇਵਾਰੀ ਨੂੰ, ਕੱਲ ਉਹਨਾਂ ਦਾ ਏਡਾ ਵੱਡਾ ਟਵੀਟ ਸੀ ਕਿ ਕਹਿੰਦਾ ਤੁਸੀਂ ਇੱਥੋਂ ਤੋਂ ਬਚੋਗੇ, ਉਸ ਗੁਰੂ ਦੀ ਕਚਹਿਰੀ ਚੋਂ ਕਿਵੇਂ ਬਚੋਗੇ। ਹੁਣ ਕਿਸੇ ਬੰਦੇ ਨੂੰ ਇੰਨੀ ਗੱਲ ਕਹਿ ਦੇਣੀ ਕੀ ਅਰਥ ਰੱਖਦਾ, ਪਰ ਉਹ ਬਿਲਕੁਲ ਸਾਇਲੈਂਟ ਨੇ ਕਿ ਠੀਕ ਹੈ ਕੋਈ ਗੱਲ ਨਹੀਂ, ਗੁਰੂ ਦੀ ਕਚਹਿਰੀ ਜਦੋਂ ਆਊਗੀ ਵੇਖੀ ਜਾਊਗੀ। ਮਤਲਬ ਉਹੀ ਹੈ ਨਾ, ਗੁਰੂ ਦੀ ਕਚਹਿਰੀ ਕਿਸੇ ਨੇ ਕੀ ਵੇਖੀ। ਸਿੱਧੂ ਸਾਹਿਬ, ਇਹ ਮੈਂ ਨਿੱਕੀ ਜੀ ਇੱਕ ਗੱਲ ਕਰਦਾ ਤੁਹਾਡੇ ਨਾਲ, ਇਹ ਗੁਰੂ ਦੀ ਕਚਹਿਰੀ ਜਦੋਂ ਵੇਖੋ ਮਰਦਾ ਸਾਰਿਆਂ ਨੇ ਆ, ਕਿਸੇ ਨੇ ਇੱਥੇ ਸਥਿਰ ਨਹੀਂ ਰਹਿਣਾ, ਪਰ ਜਦੋਂ ਉਸ ਧਰਮਰਾਜ ਦੀ ਦਰਗਾਹ 'ਚ ਜਾਣਾ ਨਾ, ਉੱਥੇ ਇਹ ਫਿਰ ਗੱਲ ਹੋਣੀ ਆ ਕਿ ਕਿੰਨਾ ਲੋਕਾਂ ਨੇ ਇਨਸਾਫ ਦੇ ਹੱਕ ਵਿੱਚ ਖੜੇ ਸੀ ਤੇ ਕਿਹੜੇ ਲੋਕ ਬੇਇਨਸਾਫੀ ਦੇ ਹੱਕ, ਉਹਨਾਂ ਜਿਹੜੇ ਦੋਸ਼ੀ ਸੀ। ਤੁਹਾਨੂੰ ਲੱਗਦਾ ਹੀ ਹੈ ਜਦੋਂ ਜਿਵੇਂ ਤੁਸੀਂ ਉਹ ਉਦਾਹਰਨ ਦਿੱਤੀ ਸੀ ਕੱਖ ਨਾ ਰਹੇ ਵਾਲੀ, ਗੁਰੂ ਦੀ ਕਚਹਿਰੀ ਇਨਸਾਫ ਵਾਲੇ ਪਾਸੇ ਨੂੰ ਜਾ ਰਹੀ ਹੈ, ਲੱਗ ਹੀ ਰਿਹਾ ਉਹ ਤਾਂ ਜਿਸ ਤਰੀਕੇ ਨਾਲ ਕਰ ਰਹੇ ਨੇ। ਬਿਲਕੁਲ ਬਿਲਕੁਲ, ਤੁਸੀਂ ਤੇ ਇੱਕ ਗੱਲ ਮੈਨੂੰ ਹੋਰ ਯਾਦ ਕਰਾਤੀ। ਮੇਰੀ ਗੱਲ ਸ਼ਾਇਦ ਥੋੜੀ ਲੰਮੀ ਹੋ ਜਾਏਗੀ, ਪ੍ਰੋਗਰਾਮ ਸਾਡਾ ਲੰਮਾ ਹੋ ਜਾਏਗਾ, ਮੈਂ ਪਰ ਸੰਖੇਪ ਚ ਗੱਲ ਉਹ ਕਰਨੀ ਜ਼ਰੂਰੀ ਬਣਦੀ ਆ। ਕਹਿੰਦੇ ਕਿ ਕਿਸੇ ਜੰਗਲ ਨੂੰ ਅੱਗ ਲੱਗ ਗਈ, ਜੰਗਲ ਨੂੰ ਅੱਗ ਲੱਗ ਗਈ ਤਾਂ ਸਾਰੇ ਬੰਦੇ ਜਾਂ ਜਾਨਵਰ ਜੋ ਵੀ ਸੀ ਉਹ ਜੰਗਲ ਦੀ ਅੱਗ ਤੇ ਪਾਣੀ ਪਾ ਰਹੇ ਸੀ, ਤੇ ਇੱਕ ਚਿੜੀ ਸੀ, ਚਿੜੀ ਵੀ 2 ਬੂੰਦਾਂ ਪਾਣੀ ਦੀਆਂ ਭਰਦੀ ਤੇ ਜਾ ਕੇ ਅੱਗ ਉੱਤੇ ਸੁੱਟ ਆਉਂਦੀ। ਤਾਂ ਕਿਸੇ ਸੂਝਵਾਨ ਬੰਦੇ ਨੇ ਕਿਹਾ ਕਿ ਚਿੜੀਏ, ਆ ਜਿਹੜੀਆਂ ਤੇਰੀਆਂ 2 ਬੂੰਦਾਂ ਤੂੰ ਪਾਣੀ ਦੀਆਂ ਇਸ ਬਲਦੀ ਅੱਗ ਤੇ ਪਾਉਣ ਡਈ ਆ, ਕੀ ਇਹਦੇ ਨਾਲ ਅੱਗ ਬੁਝੂਗੀ। ਤਾਂ ਚਿੜੀ ਦਾ ਜਵਾਬ ਸੀ ਕਿ ਅੱਗ ਬੁਝੇ ਜਾਂ ਨਾ ਬੁਝੇ, ਇਹ ਮੈਨੂੰ ਪਤਾ ਕਿ ਮੇਰੀਆਂ ਇਹਨਾਂ ਬੂੰਦਾਂ ਦੇ ਨਾਲ ਜਿਹੜੀ ਮੈਂ ਚੁੰਝ ਚ ਭਰ ਕੇ ਇੱਥੇ ਪਾ ਰਹੀ ਅੱਗ ਨਹੀਂ ਬੁਝਣੀ, ਪਰ ਜਦੋਂ ਧਰਮਰਾਜ ਦੀ ਦਰਗਾਹ 'ਚ ਫੈਸਲਾ ਹੋਏਗਾ ਨਾ, ਤਾਂ ਮੇਰੀ ਗਿਣਤੀ ਜਿਹੜੀ ਨਾ ਅੱਗ ਬੁਝਾਉਣ ਵਾਲਿਆਂ 'ਚ ਹੋਣੀ ਆ, ਅੱਗ ਲਾਉਣ ਵਾਲਿਆਂ 'ਚ ਨਹੀਂ। ਤਾਂ ਇਹ ਸਥਿਤੀ ਨੂੰ ਯਾਦ ਰੱਖਣਾ ਚਾਹੀਦਾ ਕਿ ਕੱਲ ਨੂੰ ਜਦੋਂ ਧਰਮਰਾਜ ਦੀ ਦਰਗਾਹ 'ਚ ਰਾਜੇ ਨੇ ਵੀ ਜਾਣਾ, ਵਜ਼ੀਰ ਨੇ ਵੀ ਜਾਣਾ ਤੇ ਆਮ ਬੰਦੇ ਨੇ ਵੀ ਜਾਣਾ, ਉੱਥੇ ਇਹਨਾਂ ਦੀਆਂ ਗੱਲਾਂ ਹੋਣੀਆਂ ਨੇ ਕਿ ਕਿਹੜੇ ਲੋਕ ਕਿਹੜੇ ਪਾਸੇ ਖਲੋਤੇ ਸੀ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਕਿ ਕੱਖ ਨਾ ਰਵੇ, ਸੁਖਬੀਰ ਬਾਦਲ ਦੀ ਇਹ ਸਟੇਟਮੈਂਟ ਮੈਨੂੰ ਰੋਜ਼ ਯਾਦ ਆਉਂਦੀ ਹੈ। ਕੱਲ ਵੀ ਸੁਖਬੀਰ ਬਾਦਲ ਦੀ ਪ੍ਰੈਸ ਕਾਨਫਰੰਸ ਤੇ ਮੈਨੂੰ ਉਹਦੀਆਂ ਗੱਲਾਂ 'ਚ ਦਮ ਲੱਗਦਾ, ਉਹ ਗੱਲ ਕਰਦਾ ਜਦੋਂ ਇਹ ਗੱਲ ਕਹਿੰਦਾ ਕਿ ਜਿਨ੍ਹਾਂ ਨੇ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਵੇ। ਦੂਜਾ ਕਹਿੰਦਾ ਕਿ ਜਿਹੜੇ ਸਿਆਸਤ ਕਰਦੇ ਉਹਨਾਂ ਦਾ ਕੱਖ ਵੀ ਨਾ ਰਵੇ, ਤੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦਾ ਕੱਖ ਵੀ ਨਾ ਰਵੇ। ਸਿੱਧੂ ਸਾਹਿਬ ਦੇਖੋ, ਬਿਮਾਰੀ ਮੌਤ ਉਸ ਅਕਾਲ ਪੁਰਖ ਦੇ ਹੱਥ ਆ, ਜਿੰਨੇ ਉਸ ਪਰਮਾਤਮਾ ਨੇ ਸਵਾਸ ਬਖਸ਼ੇ ਨੇ ਬੰਦੇ ਨੇ ਉਹਨੇ ਲੈਣੇ ਨੇ। ਆਹ ਜੋ SIT ਦੀ ਰਿਪੋਰਟ, ਜੇਕਰ ਇਨਸਾਫ, ਹਾਈ ਕੋਰਟ ਅਸੀਂ ਇਨਸਾਫ ਦਾ ਮੰਦਰ ਕਹਿੰਦੇ, ਜੇਕਰ ਉੱਥੇ SIT ਦੀ ਰਿਪੋਰਟ ਨੂੰ ਪੇਸ਼ ਕੀਤਾ ਗਿਆ ਤਾਂ ਸੰਬੰਧਤ ਜਿਹੜੇ ਅਧਿਕਾਰੀ ਸੀ, ਨਿਆਂਧੀਸ਼ ਸੀ, ਉਹਨਾਂ ਨੇ ਸ਼ਾਇਦ ਤੱਥਾਂ ਦੇ ਆਧਾਰ ਤੇ ਜਾਂ ਇਸ ਰਿਪੋਰਟ ਨੂੰ ਰੱਦ ਕਰਤਾ। ਪਰ ਦੇਖੋ ਉਹ ਰਿਪੋਰਟ ਜੇਕਰ ਸਹੀ ਸੀ, ਜੇਕਰ ਅਧਿਆਤਮਕ ਬਿਰਤੀ ਦੀ ਮੈਂ ਗੱਲ ਕਰਾਂ ਤਾਂ ਜੇਕਰ ਉਹ ਰਿਪੋਰਟ ਉਸ ਪਰਮਾਤਮਾ ਦੀ ਨਜ਼ਰ 'ਚ ਠੀਕ ਸੀ ਤਾਂ ਦੇਖੋ ਕੀ ਕੁਝ ਵਾਪਰਿਆ। ਅਕਾਲੀ ਦਲ ਬੈਕਫੁੱਟ ਤੇ ਚਲਾ ਗਿਆ, ਜਿਹੜਾ ਪਹਿਲਾਂ ਸੀ ਉਸਦੀ ਕੀ ਹਾਲਤ 18 ਚ 15 ਤੋਂ ਚੱਲ ਰਹੀ ਹੈ। ਦੂਜੇ ਪਾਸੇ ਜਿਨ੍ਹਾਂ ਲੋਕਾਂ ਨੇ ਇਨਸਾਫ ਲੈ ਕੇ ਦੇਣਾ ਸੀ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ, ਉਹ ਅਲੱਗ ਥਲੱਗ ਪੈ ਗਏ। ਕੈਪਟਨ ਅਮਰਿੰਦਰ ਸਿੰਘ ਖੁਦ ਜਿਹਨੇ ਸਿਆਸਤ ਕੀਤੀ ਉਹ ਖੁਦ ਅਲੱਗ ਥਲੱਗ ਪੈ ਗਿਆ ਔਰ ਹਾਸ਼ੀਏ ਤੇ ਜਾਣ ਨੂੰ ਤਿਆਰ। ਔਰ ਤੀਜੀ ਵੱਡੀ ਗੱਲ, ਉਹ ਰਾਮ ਰਹੀਮ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਰੱਬ ਹਾਂ, ਜੇ ਮੈਂ ਜੇਲ੍ਹ ਤੋਂ ਬਾਹਰ ਆ ਗਿਆ ਤਾਂ ਮੈਂ ਕਰੋਨੇ ਦੀ ਆਣ ਕੇ ਆਪਣੇ ਭਗਤਾਂ ਨੂੰ ਦਵਾਈ ਦੇਵਾਂਗਾ, ਉਹ ਵੀ ਇਸ ਵੇਲੇ ਰੋਹਤਕ ਦੇ PGI ਹਸਪਤਾਲ 'ਚ ਆਪਣਾ ਇਲਾਜ ਕਰਾ ਰਿਹਾ। ਕਹਿਣ ਦਾ ਅਰਥ ਇਹ ਆ, ਪਰ ਦੇਖੋ ਕਹਿਣ ਦਾ ਅਰਥ ਇਹ ਆ ਕਿਤੇ ਨਾ ਕਿਤੇ ਪਰਮਾਤਮਾ ਇਨਸਾਫ ਤੇ ਕਰਦਾ ਨਾ, ਪਰਮਾਤਮਾ ਦੀ ਜਿਹੜੀ ਤੱਕੜੀ ਆ ਉਹ ਬਿਲਕੁਲ ਬਰਾਬਰ ਤੋਲਦੀ ਹੈ, ਠੀਕ ਤੋਲਦੀ, ਬਰਾਬਰ ਤੋਲਦੀ ਜੋ ਹੈ ਉਹ ਇਸੇ ਧਰਤੀ ਤੇ ਹੈ। ਤਾਂ ਸੋ ਸਿੱਧੂ ਦੀ ਗੱਲ ਜਿਹੜੀ ਸੀ, ਕੱਲ ਦੀ ਗੱਲ ਜਿਹੜੀ ਉਹਨੇ ਗੱਲ ਕੀਤੀ, ਰੱਬ ਦੀ ਕਚਹਿਰੀ 'ਚ ਕਿਵੇਂ ਬਚੋਗੇ। ਸੋ ਰੱਬ ਦੀ ਕਚਹਿਰੀ 'ਚ ਜੇ ਬਚਣਾ, ਇਹ ਲੋਕ ਕਹਿੰਦੇ ਕੋਈ ਨਹੀਂ ਰੱਬ ਦੀ ਕਚਹਿਰੀ ਜਦੋਂ ਆਊਗਾ ਰੱਬ ਵੇਖ ਲਾਂਗੇ, ਪਰ ਨਹੀਂ। ਇੱਥੇ ਲੋਕ ਪੰਚ ਕਹੇ ਨਾ, ਪੰਚ ਪਰਮੇਸ਼ਵਰ, ਪੰਚ 'ਚ ਪਰਮੇਸ਼ਵਰ ਵਸਦਾ। ਤਾਂ ਉਸ ਪਰਮੇਸ਼ਵਰ ਦੇ ਵਿੱਚ ਜੇ ਤੁਹਾਨੂੰ ਲੋਕਾਂ ਨੇ ਇਸ ਜ਼ਿੰਮੇਵਾਰੀ ਬਖਸ਼ੀ ਆ ਤਾਂ ਘੱਟੋ ਘੱਟ ਲੋਕਾਂ ਨੂੰ ਇਨਸਾਫ ਤਾਂ ਦਿਓ। ਲੋਕਾਂ ਨੂੰ ਰੋਟੀ, ਤੁਸੀਂ ਕਹਿੰਦੇ ਜੇ ਕਿ ਘਰ ਘਰ ਖਾਣਾ ਪਹੁੰਚਾਵਾਂਗੇ, ਉਹ ਖਾਣਾ ਕਿੰਨੇ ਪਹੁੰਚਾਉਣਾ ਪੈਣਾ ਲੋਕਾਂ ਨੂੰ ਜਿਹੜੇ 5 ਸਾਲਾਂ ਤੋਂ ਲਟਕਦੇ ਮਸਲੇ ਆ, ਔਰ ਉਹਨਾਂ 'ਚ ਉਹ ਮਸਲਾ ਜਿਹਦੇ ਨਾਲ ਲੋਕੀ ਗੰਭੀਰ ਰੂਪ 'ਚ ਜੁੜੇ, ਉਹ ਮਸਲਾ ਤਾਂ ਤੁਸੀਂ ਹੱਲ ਨਹੀਂ ਕਰ ਰਹੇ। ਔਰ ਇੱਕ ਗੱਲ ਮੈਂ ਹੋਰ ਕਰਨੀ ਚਾਹਾਂਗਾ, ਤੁਸੀਂ ਆਪਾਂ ਵਿਸ਼ਾਲ ਜਦੋਂ ਭੂਮਿਕਾ ਤੁਸੀਂ ਸ਼ੁਰੂ ਕੀਤੀ, ਤੁਸੀਂ ਸ਼ਮਸ਼ੇਰ ਸਿੰਘ ਦੂਲੋ ਦੀ ਗੱਲ ਕੀਤੀ। ਸ਼ਮਸ਼ੇਰ ਸਿੰਘ ਦੂਲੋ ਉਹਨਾਂ ਦੀ ਮੈਂ ਇੰਟਰਵਿਊ ਦੇਖ ਰਿਹਾ ਸਾਂ, ਤੁਸੀਂ ਸਿੱਧੂ ਸਾਹਿਬ ਮੰਨਣਾ ਨਹੀਂ, ਸ਼ਮਸ਼ੇਰ ਸਿੰਘ ਦੂਲੋ ਨੇ ਕੈਪਟਨ ਸਰਕਾਰ ਤੇ, ਕੈਪਟਨ ਸਰਕਾਰ ਦੇ ਮੰਤਰੀਆਂ ਦੇ ਇਹੋ ਜਿਹੇ ਤਿੱਖੇ ਵਾਰ ਕੀਤੇ, ਸ਼ਾਇਦ ਉਹ ਸਿੱਧੂ ਨੇ ਵੀ ਕਦੇ ਨਹੀਂ ਕੀਤੇ। ਉਹਨੇ ਇੱਥੋਂ ਤੱਕ ਕਹਿ ਦਿੱਤਾ, ਸ਼ਮਸ਼ੇਰ ਸਿੰਘ ਦੂਲੋ ਦੀ ਇਹ ਗੱਲ ਬਿਲਕੁਲ ਸਹੀ, ਕਹਿੰਦਾ ਜੀ ਕੈਪਟਨ ਸਰਕਾਰ ਦੇ ਵਿੱਚ ਉਹਨਾਂ ਮੰਤਰੀਆਂ ਨੂੰ MLA ਵਿਧਾਇਕਾਂ ਦੀਆਂ ਟਿਕਟਾਂ ਦਿੱਤੀਆਂ ਜਾਂਦੀਆਂ, ਉਹਨਾਂ ਸ਼ਡਿਊਲ ਕਾਸਟ ਨੂੰ, ਉਹਨਾਂ ਦਲਿਤਾਂ ਨੂੰ ਜਿਹੜੇ ਇਹਨਾਂ ਜੱਟਾਂ ਦੇ ਘਰ ਜਾ ਕੇ ਭਾਂਡੇ ਮਾਂਜਦੇ ਨੇ, ਸੀਰੀ ਨੇ। ਏਡੀ ਵੱਡੀ ਸਟੇਟਮੈਂਟ ਇੱਕ ਰਾਜ ਸਭਾ ਦਾ ਮੈਂਬਰ ਦੇ ਰਿਹਾ,
ਕਿਹਦੇ ਵੱਲੋਂ ਦੇ ਰਿਹਾ? ਆਪਣੀ ਸੰਬੰਧਤ ਜਿਹੜੀ ਉਸ ਦੀ ਸਰਕਾਰ ਆ, ਆਪਣੀ ਪਾਰਟੀ ਦੀ ਸਰਕਾਰ ਆ। ਔਰ ਕਹਿੰਦਾ ਕਿ ਉਹਨਾਂ ਨੂੰ ਇਹਨਾਂ ਨੇ ਐਮਐਲਏ ਬਣਾਇਆ ਤਾਂ ਉਹਨਾਂ ਦੀ ਸਾਹ ਹੀ ਨਹੀਂ ਨਿਕਲਦਾ, ਉਹਨਾਂ ਦੀ ਆਵਾਜ਼ ਹੀ ਨਹੀਂ ਨਿਕਲਦੀ। ਉਹਦੇ ਜਿਹੜੇ ਇਲਜ਼ਾਮ ਸੀ ਨਵਜੋਤ ਸਿੱਧੂ ਤੋਂ ਜ਼ਿਆਦਾ ਖਤਰਨਾਕ ਸੀ ਸ਼ਮਸ਼ੇਰ ਸਿੰਘ ਦੁੱਲੂ ਦੇ। ਕੱਲੇ ਤੱਥ ਉਸਨੇ ਪੇਸ਼ ਕੀਤੇ। ਪਰ ਦੂਜੇ ਪਾਸੇ ਤੁਸੀਂ ਦੇਖਿਓ ਸ਼ਮਸ਼ੇਰ ਸਿੰਘ ਦੁੱਲੂ ਦੀ ਇਸ ਗੱਲ ਨੂੰ ਵੀ ਕਿਸੇ ਨੇ ਗੰਭੀਰਤਾ ਨਾਲ ਨਹੀਂ ਲੈਣਾ ਕਿ ਉਸਨੇ ਕੀ ਕੀਤਾ। ਜਿਹੜਾ ਪੱਤਰਕਾਰ ਸੀ ਉਸਨੂੰ ਕਹਿ ਰਿਹਾ ਕਿ ਦੱਸੋ ਕਿਹੜਾ ਐਮਐਲਏ ਸੀ? ਕਹਿੰਦਾ ਜਾ ਕੇ ਪਤਾ ਕਰੋ। ਔਰ ਇਹ ਰਿਐਲਿਟੀ ਹੈ। ਪਿਛਲੇ ਦੌਰ ਦੇ ਵਿੱਚ ਬੜਿਆਂ ਹਲਕਿਆਂ ਦੇ ਵਿੱਚ ਜਿਹੜੇ ਦਲਿਤ ਵਰਗ ਦੇ ਐਮਐਲਏ ਸੀ, ਵਿਧਾਇਕ ਸੀ, ਮੰਤਰੀ ਸੀ, ਉਹਨਾਂ ਨੂੰ ਦੂਜੇ ਵਰਗ ਦੇ ਲੋਕਾਂ ਆਪਾਂ ਸ਼ਾਇਦ ਡਿਸਕਸ ਕਰਨਾ ਬਣਦਾ ਨਹੀਂ, ਸ਼ਰੇਆਮ ਸਟੇਜ ਤੋਂ ਉਹਨਾਂ ਲੋਕਾਂ ਨੂੰ ਗਾਲਾਂ ਕੱਢੀ ਗਈਆਂ। ਔਰ ਇਹ ਜਿਹੜੇ ਇਸ ਵੇਲੇ ਜਿਹੜੇ ਚਰਨਜੀਤ ਚੰਨੀ ਦੀ ਅਗਵਾਈ ਦੇ ਹੇਠ ਦਲਿਤ ਵਰਗ ਨਾਲ ਸੰਬੰਧਿਤ ਐਮਐਲਏ ਵਿਧਾਇਕ ਇਕੱਠੇ ਹੋ ਰਹੇ, ਸ਼ਾਇਦ ਸ਼ਮਸ਼ੇਰ ਸਿੰਘ ਦੁੱਲੂ ਦੀਆਂ ਗੱਲਾਂ ਦਾ ਹੀ ਨਤੀਜਾ ਕਿ ਜਿਸ ਕਰਕੇ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਸ਼ਮਸ਼ੇਰ ਸਿੰਘ ਦੁੱਲੂ ਦੇ ਜਿਹੜੇ ਅੱਜ ਦੇ ਬਿਆਨ ਨੇ, ਘੱਟ ਤੋਂ ਘੱਟ ਜੇਕਰ ਉਹ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਵੇ ਤਾਂ ਮੇਰਾ ਨਹੀਂ ਖਿਆਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਇਹਨਾਂ ਗੱਲਾਂ ਦਾ ਯਕੀਨ ਵੀ ਆ ਜਾਏ। ਉਹ ਬੜੇ ਕਲੀਅਰ ਕੱਟ ਗੱਲ ਕਹਿ ਰਿਹਾ, ਕਹਿੰਦਾ ਸੀ ਪੰਜਾਬੀ 'ਚ ਚਿੱਠੀ ਲਿਖਣਾ, ਕੈਪਟਨ ਸਾਹਿਬ ਪੰਜਾਬੀ ਪੜ੍ਹਦੇ ਹੀ ਨਹੀਂ। ਸ਼ਮਸ਼ੇਰ ਸਿੰਘ ਦੁੱਲੂ ਪੰਜਾਬੀ ਅਖਬਾਰਾਂ ਵੀ ਨਹੀਂ ਪੜ੍ਹਦੇ, ਕਹਿੰਦੇ ਅੰਗਰੇਜ਼ੀ ਅਖਬਾਰਾਂ ਪੜ੍ਹਦੇ ਨਹੀਂ। ਸੋ ਫਰਕ ਨਹੀਂ। ਜਿਹੜੀ ਮੈਂ ਗੱਲ ਤੁਹਾਡੇ ਨਾਲ ਇਹ ਕਹਿਣੀ ਚਾਹੁੰਦਾ, ਇਹ ਸਾਰੇ ਮੁੱਦੇ ਦੇ ਉੱਤੇ ਕੈਪਟਨ ਸਰਕਾਰ ਵੱਲੋਂ, ਉਹਦੇ ਸੰਬੰਧਿਤ ਮੰਤਰੀ ਵੱਲੋਂ ਦੁੱਲੂ ਨੂੰ ਫਿਰ ਸ਼ਿਕਾਰ ਨਹੀਂ ਬਣਾਇਆ ਜਾਣਾ। ਉਹਨਾਂ ਨੂੰ ਇਸ ਤਰੀਕੇ ਨਾਲ ਕੀਤਾ ਕਿ ਬਿਲਕੁਲ ਇਗਨੋਰ ਕਰੋ, ਕੇਵਲ ਨਵਜੋਤ ਸਿੱਧੂ ਨੂੰ ਟਾਰਗੇਟ ਕਰੋ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਸ਼ਮਸ਼ੇਰ ਸਿੰਘ ਦੁੱਲੂ ਹੁਣੀ ਹੁਣ ਇੱਕ ਚੱਲੇ ਹੋਏ ਕਾਰਤੂਸ ਨਹੀਂ ਕਹਿ ਸਕਦੇ ਆ ਕਿ ਜਿਹੜਾ ਰਾਜ ਸਭਾ ਦਾ ਮੈਂਬਰ ਉਹ ਚੱਲਿਆ ਹੋਇਆ ਕਾਰਤੂਸ ਆ। ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਇਹਨਾਂ ਬਿਆਨਾਂ ਦੇ ਨਾਲ ਕੈਪਟਨ ਸਰਕਾਰ ਨੂੰ ਅਜਿਹੇ ਚੁਣੌਤੀਆਂ ਦੇ ਰਿਹਾ ਜਿਸ ਦਾ ਜਵਾਬ ਅਮਰਿੰਦਰ ਸਿੰਘ ਕੋਲ ਨਹੀਂ ਹੈ। ਮੈਂ ਆਪਣੀ ਗੱਲ ਨੂੰ ਸਮ ਅਪ ਕਰਦਾ ਹੋਇਆ ਮੈਂ ਤੁਹਾਨੂੰ ਇੰਨੀ ਗੱਲ ਕਹਿ ਰਿਹਾ ਕਿ ਨਵੀਂ SIT ਤੋਂ ਭਾਵੇਂ ਹੋਰ 2 ਬਣਾ ਲਓ, ਲੋਕਾਂ ਨੂੰ ਇਨਸਾਫ ਦੀ ਆਸ ਨਹੀਂ ਜੇ ਹੈਗੀ, ਲੋਕਾਂ ਨੂੰ ਇਨਸਾਫ ਨਹੀਂ ਜੇ ਮਿਲਣਾ, ਉਹਨਾਂ ਚਿਰ ਤੱਕ ਇਨਸਾਫ ਨਹੀਂ ਜੇ ਮਿਲਣਾ ਜਿੰਨਾ ਤੱਕ ਰਾਜੀ ਦੀ ਨੀਅਤ ਜਿਹੜੀ ਆ ਉਹ ਗਰੀਬਾਂ ਨੂੰ, ਵਰਕਰਾਂ ਨੂੰ, ਆਪਣੀ ਜਨਤਾ ਨੂੰ ਇਨਸਾਫ ਦੇਣ ਵਾਸਤੇ ਮਤਲਬ ਉਹਨਾਂ ਦੇ ਸਾਫ਼ ਨਹੀਂ ਹੈ। ਇਹ ਗੱਲ ਸਪਸ਼ਟ ਹੈ। ਕਿਉਂਕਿ ਸਾਡੇ ਲੋਕ ਜਿਹੜੇ ਨੇ, ਲੋਕ ਵੀ ਕੁਝ ਇਹੋ ਜਿਹੇ ਹੋ ਚੁੱਕੇ ਨੇ ਕਿ ਕਹਿੰਦੇ ਨੇ ਠੀਕ ਆ ਯਾਰ ਜੋ ਹੁੰਦਾ ਹੋਈ ਜਾਵੇ। ਤਾਂ ਰਾਜਾ ਦਾ ਕੰਮ ਇਹ ਹੁੰਦਾ ਕਿ ਜਨਤਾ ਨੂੰ ਕਿਸੇ ਤਰੀਕੇ ਨਾਲ ਸੁਆ ਕੇ ਰੱਖੋ, ਉਹਨਾਂ ਨੂੰ ਗੱਲਾਂ 'ਚ ਅਜਿਹੀਆਂ ਗੱਲਾਂ ਚਲਾਓ ਕਿ ਉਹਨਾਂ ਦਾ ਧਿਆਨ ਇਸ ਮੁੱਦੇ ਵੱਲ ਨਾ ਜਾਵੇ। ਪਰ ਇਹ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਨੂੰ ਸਿੱਖਾਂ ਪਿੱਛੇ ਪਹੁੰਚਾਉਣ ਦਾ ਜਿਹੜਾ ਮੁੱਦਾ ਆ, ਇਹ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਇੰਨੀ ਆਸਾਨੀ ਨਾਲ ਪਿੱਛਾ ਨਹੀਂ ਛੱਡੇਗਾ। ਬਿਲਕੁਲ। ਤਾਂ ਤੁਸੀਂ ਮਨਜੀਤ ਜੀ ਇਸ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੇ ਜੁੜੇ, ਇਸ ਅਹਿਮ ਖਬਰ ਦੇ ਉੱਤੇ ਗੱਲਬਾਤ ਕੀਤੀ, ਇੱਕ ਵਿਚਾਰ ਜਿਹੜਾ ਇੱਕ ਗੱਲ ਜਿਹੜੀ ਸਾਡੇ ਦਰਸ਼ਕਾਂ ਸਾਹਮਣੇ ਤੁਸੀਂ ਰੱਖੀ ਖੋਲ ਕੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਪਰ ਵਿਸਤਾਰਪੂਰਵਕ ਚਰਚਾ ਕੀਤੀ ਗਈ ਹੈ। ਇੱਕ ਗੱਲ ਜਿਹੜੀ ਸਾਨੂੰ ਜਿਹੜੀ ਪਰਦੇ ਦੇ ਪਿੱਛੇ ਦੀ ਜਿਹੜੀ ਲੁਕੀ ਹੋਈ ਸੱਚਾਈ ਹੈ ਉਹ ਸਾਨੂੰ ਕੱਢ ਕੇ ਲਿਆ ਕੇ ਮਨਜੀਤ ਸਿੰਘ ਹੋਰਾਂ ਨੇ ਸਾਡੇ ਸਾਹਮਣੇ ਰੱਖੀ ਹੈ। ਉਮੀਦ ਕਰਦੇ ਹਾਂ ਕਿ ਸਰਦਾਰ ਮਨਜੀਤ ਸਿੰਘ ਹੋਰਾਂ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।